ਗੈਰ ਪੰਜਾਬੀ ਮੁਸਲਮਾਨ ਸੀਗੇ ਉਹ ਪੰਜਾਬ ਦੇ ਵਕਫ ਬੋਰਡ ਤੇ ਕਾਬਜ਼ ਕਿਵੇਂ ਹੋ ਜਾਂਦੇ ਆ? ਇਹ ਜੀ ਕਿਤੇ ਨਾ ਕਿਤੇ ਨੋਮੀਨੇਟਡ ਪੋਸਟਾਂ ਹੁੰਦੀਆਂ ਹੈਗੀਆਂ ਵਾ ਤੇ ਉਹ ਫਿਰ ਕਿਤੇ ਨਾ ਕਿਤੇ ਸਾਡੇ ਲੋਕ ਕੇਂਦਰ ਦੇ ਹੱਥ 'ਚ ਹੈ ਇਹ ਜਾਂ ਪੰਜਾਬ ਸਰਕਾਰ ਦੇ ਵੀ ਹੱਥ 'ਚ? ਸਰਕਾਰ ਦੇ ਹੱਥ ਵਿੱਚ ਹੁੰਦਾ ਹੈ ਕਿਉਂਕਿ ਪਿਛਲੇ 10 ਸਾਲ ਤੋਂ ਅਸੀਂ ਜਿਹੜੇ 2 ਟਰਨਾਂ ਵਿੱਚ ਗੈਰ ਪੰਜਾਬੀ ਵਕਫ ਬੋਰਡ ਦਾ ਚੇਅਰਮੈਨ ਬਣਿਆ। ਬਾਹਰਲੇ ਪ੍ਰਚਾਰਕ ਆਉਂਦੇ ਆ ਔਰ ਉਹ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਪਹਿਰਾਵਾ ਰੱਖੋ, ਆਹ ਕਰੋ। ਕਦੇ ਤੁਸੀਂ ਸੁਣਿਆ ਹੋਵੇ ਜਾਂ ਤੁਹਾਡੇ ਨਾਲ ਇਸ ਤਰ੍ਹਾਂ ਤਜਰਬਾ ਹੋਵੇ? ਦੌਲਤ ਖਾਨ ਸੀਗਾ ਤੇ ਉੱਥੇ ਗੁੱਜਰ ਬੈਠੇ ਸੀਗੇ, ਕਬਜ਼ਾ ਕੀਤਾ ਸੀ ਉਹਨਾਂ ਨੇ ਧੱਕੇ ਨਾਲ। ਉਹਨਾਂ ਨੂੰ ਹਟਾਉਣ ਲਈ ਮੈਂ ਬਾਕਰ ਬੋਰਡ ਤੱਕ ਅਪਰੋਚ ਕੀਤੀ। ਉਹ ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਤੂੰ ਮੁਸਲਮਾਨ ਹੀ ਨਹੀਂ ਲੱਗਦਾ, ਇੱਦਾਂ ਦੇ ਲਫ਼ਜ਼ ਬੋਲੇ ਜਾਂਦੇ ਆ। ਇਹ ਕਹਿੰਦੇ ਤੂੰ ਤਾਂ ਮੁਸਲਮਾਨ ਲੱਗਦਾ ਹੀ ਨਹੀਂ। ਤੁਸੀਂ ਪੁੱਛਿਆ ਨਹੀਂ ਫਿਰ ਵੀ ਮੁਸਲਮਾਨ ਲੱਗਣਾ ਕਿਵੇਂ ਹੁੰਦਾ? ਜਦੋਂ ਉੱਥੇ ਬੰਦਾ ਸਾਡੀ ਭਾਸ਼ਾ ਵਾਲਾ ਨਹੀਂ ਬੈਠਾ, ਸਾਡੇ ਸੱਭਿਆਚਾਰ ਵਾਲਾ ਨਹੀਂ ਬੈਠਾ, ਉਹਦੀ ਆਪਣੀ ਮੈਂਟਲ ਲੈਵਲ ਸੈੱਟ ਹੁੰਦਾ ਉੱਥੇ ਵੀ ਮੈਂ ਇਹਨਾਂ ਨੂੰ ਡੀਲ ਕਿੱਦਾਂ ਕਰਨਾ। ਨਹੀਂ, ਪਰ ਇਹ ਕੀ ਨਾਕਾਬਲੀਅਤ ਰਹੀ ਹੈ ਜਿਹੜੇ ਮੂਲ ਨਿਵਾਸੀ ਸੀਗੇ ਪੰਜਾਬ ਦੇ, ਜਿਹੜੇ ਮੂਲ ਨਿਵਾਸੀ ਮੁਸਲਮਾਨ ਸੀਗੇ? ਰਿਸੋਰਸ ਦੀ ਕਮੀ ਸੀ ਔਰ ਕਿਤੇ ਨਾ ਕਿਤੇ ਪਛੜੇ ਉਹ ਆਪਣੇ ਆਪ ਨੂੰ ਡਿਵੈਲਪ ਕਰਨ 'ਚ ਲੱਗੇ ਰਹੇ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਵਾਂਝੇ ਨੇ ਪੰਜਾਬ ਦੇ ਮੁਸਲਮਾਨਾਂ ਵਾਸਤੇ ਹੱਕ, ਇਹਨੂੰ ਵਾਂਝੇ ਕਿਸ ਵੱਲੋਂ ਕੀਤਾ ਗਿਆ? ਕੀ ਸਮਾਜ ਵੱਲੋਂ ਕੀਤਾ ਗਿਆ, ਪੋਲੀਟੀਕਲ ਕਲਾਸ ਵੱਲੋਂ ਕੀਤਾ ਗਿਆ, ਜਾਂ ਇੰਟਰਨਲ ਕਨਫਲਿਕਟ ਨੇ? ਅੱਜ ਸਮੇਂ ਦੀ ਲੋੜ ਬਣ ਚੁੱਕਾ ਵੀ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਵਾ, ਖਾਸ ਕਰਕੇ ਮੁਸਲਿਮ ਭਾਈਚਾਰਾ, ਉਹਨੂੰ ਉਹ ਸਮਾਜਿਕ ਜੋ ਆਰਥਿਕ ਰਾਜਨੀਤਿਕ ਪੱਧਰ ਤੋਂ ਪਿਛੜ ਚੁੱਕਾ ਵਾ, ਉਹਨੂੰ ਅਸੀਂ ਅੱਗੇ ਲੈ ਕੇ। ਪੁਜਾਰੀ ਵਰਗ ਤੇ ਬੜੇ ਸਵਾਲ ਹੁੰਦੇ। ਕੀ ਜਿਹੜਾ ਇਸਲਾਮ ਦਾ ਉਹ ਪੁਜਾਰੀ ਵਰਗ ਹੈ ਜਿਹਦੀ ਅਸੀਂ ਪਹਿਲਾਂ ਵੀ ਚਰਚਾ ਕਰ ਰਹੇ ਸੀ, ਕੀ ਉਹ ਬਰਦਾਸ਼ਤ ਕਰਦਾ ਵੀ ਤੁਸੀਂ ਇਹ ਗੱਲ ਕਹੋ ਨਹੀਂ ਪੰਜਾਬੀ ਮੇਰੀ ਮਾਂ ਬੋਲੀ ਹੈ, ਮੈਂ ਤਾਂ ਪੰਜਾਬੀ ਨੂੰ ਪਿਆਰ ਕਰਦਾ, ਅਰਬੀ ਸਤਿਕਾਰਤ ਹੋ ਸਕਦੀ ਹੈ ਪਰ ਉਹ ਮੇਰੀ ਮਾਂ ਬੋਲੀ ਨਹੀਂ ਹੈ? ਦੇਖੋ, ਇਹ ਬੰਦੇ ਦੀ ਆਪਣੀ ਸਮਝ ਚਾਹੀਦੀ ਹੈ। ਤੁਸੀਂ ਮੈਂ ਚਾਹੁੰਦਾ ਆਪਣੇ ਜੇ ਧਰਮ ਗੁਰੂਆਂ ਨੂੰ ਜਾ ਕੇ ਕੁਐਸਚਨ ਕਰੋਗੇ ਨਾ, ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਇਕਨੋਮਿਕਲੀ ਵੀ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਕੋਈ ਕਮਿਊਨਿਟੀ ਇਕਨੋਮਿਕਲੀ ਕਿੰਨੀ ਵੈਲ ਆਫ ਹੈ। NRI ਬੈਲਟ ਹੈ ਔਰ ਬਹੁਤ ਸਾਰੇ ਮੁਸਲਮਾਨ ਭਰਾ ਪੰਜਾਬ ਵਾਲੇ NRI ਨੇ, ਬਾਹਰ ਗਏ ਬਹੁਤ ਸਾਰੇ। ਭਾਜੀ ਤੁਸੀਂ ਖਾਸ ਤੌਰ ਤੇ ਜੇ ਮੋਟਾ ਹਿਸਾਬ ਲਾਉਣਾ ਨਾ, ਤੁਸੀਂ ਆਰਟਿਸਟ ਚੱਕ ਕੇ ਦੇਖ ਲਓ ਪੰਜਾਬ ਆਰਟਿਸਟਾਂ ਦੇ ਵਿੱਚ ਜਿਹੜੇ ਹਾਈ ਪ੍ਰੋਫਾਈਲ ਆਰਟਿਸਟ ਹੈ ਉਹਦੇ 80% ਮੁਸਲਿਮ ਹੋਣੇ। ਚਾਹੇ ਆਪਾਂ ਮੋਟੀ ਨਜ਼ਰ ਕੁਲਦੀਪ ਮਾਨਕ ਸਾਹਿਬ, ਹਾਂ, ਮੁਹੰਮਦ ਸਦੀਕ ਸਾਹਿਬ ਨੇ MP ਬਣੇ। ਦੇਖੋ ਤੁਸੀਂ ਪੋਲੀਟੀਕਲੀ ਅਵੇਅਰ ਹੋਣਾ ਵੀ ਬੜਾ ਲਾਜ਼ਮੀ ਹੁੰਦਾ। ਹੁਣ ਵੀ ਤੁਸੀਂ ਦੇਖੋ ਕਿ ਅਸੀਂ ਕੱਟੜਤਾ ਦੀ ਜਦੋਂ ਗੱਲ ਕਰੀਏ, ਅਸੀਂ ਆਪਦੇ ਮੁਲਕ ਦੀ ਵੀ ਗੱਲ ਕੀਤੀ ਕਿ ਜੇ ਕੱਟੜਤਾ ਇੱਥੇ ਵੀ ਕਿਸੇ ਹੋਰ ਧਰਮ ਦੇ ਵਿੱਚ ਆਉਂਦੀ ਤਾਂ ਲੋਕ ਆਖਰਕਾਰ ਬਰਦਾਸ਼ਤ ਨਹੀਂ ਕਰਨਗੇ। ਇਹ ਸਿਨੈਰੀਓ ਬਣਿਆ ਕਿਉਂ ਜੀ ਵਰਲਡ ਵਾਈਡ? ਇਸਲਾਮ ਜਿਹੜਾ ਅਮਨ ਦਾ ਪੈਗਾਮ, ਉਹਦੀ ਹਿਸਟਰੀ ਤੁਸੀਂ ਪੜ੍ਹੋ, ਲੇਕਿਨ ਇਹ ਧਾਰਮਿਕ ਕੱਟੜਤਾ, ਮੈਂ ਕਹਿੰਦਾ ਹਰ ਕੱਟੜਤਾ ਹਰ ਧਰਮ 'ਚ ਮਾੜੀ ਹੈ, ਚਾਹੇ ਉਹ ਇਸਲਾਮ ਹੋਵੇ ਜਾਂ ਹਿੰਦੂਇਜ਼ਮ ਹੋਵੇ ਜਾਂ ਸਿੱਖੀਜ਼ਮ ਹੋਵੇ, ਕਿਉਂਕਿ ਕੋਈ ਵੀ ਧਰਮ ਕੱਟੜਤਾ ਦਾ ਪੈਗਾਮ ਨਹੀਂ ਦਿੰਦਾ। ਜੋ ਅਸੀਂ ਸਟੱਡੀ ਕੀਤੀ ਹੈਗੀ, ਧਰਮ ਨੂੰ ਧਰਮ ਦੀ ਤਰ੍ਹਾਂ ਮੰਨੋ ਤਾਂ ਬਹੁਤ ਕੁਛ ਆ। ਜਦੋਂ ਧਰਮ ਨੂੰ ਅਸੀਂ ਕੱਟੜਤਾ ਲਿਆਵਾਂਗੇ, ਹੋ ਸਕਦਾ ਸਮਾਜ ਸਾਡੇ ਤੋਂ ਟੁੱਟ ਜਾਵੇ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਵਿਸ਼ਵ ਪੱਧਰ ਦੇ ਉੱਤੇ ਇਸਲਾਮ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਨੇ। ਲਗਾਤਾਰ ਸਾਡੇ ਮੁਲਕ ਦੇ ਵਿੱਚ ਵੀ ਇਸ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਜੋ ਮਿਡਲ ਈਸਟ ਦੇ ਵਿੱਚ ਇਸਲਾਮ ਜਿਸ ਤਰੀਕੇ ਦੇ ਨਾਲ ਪ੍ਰਸਾਰਿਆ ਤੇ ਪ੍ਰਚਾਰਿਆ ਜਾ ਰਿਹਾ ਹੈ, ਕਿ ਸਾਡੇ ਮੁਲਕ 'ਚ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਾਂ ਇਸ ਦੀ ਅਪਰੋਚ ਵੱਖਰੀ ਹੈ? ਖਾਸ ਤੌਰ ਤੇ ਜੇ UP ਵਰਗੀ ਸਟੇਟ ਜਾਂ ਬਿਹਾਰ ਵਰਗੀ ਸਟੇਟ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਪੰਜਾਬ ਦੀ ਮੌਜੂਦਾ ਸਥਿਤੀ ਦੇ ਉੱਤੇ ਚਰਚਾ ਲਾਜ਼ਮੀ ਬਣਦੀ ਹੈ ਕਿ ਪੰਜਾਬ ਦਾ ਮੁਸਲਮਾਨ ਬਾਕੀ ਦੇਸ਼ ਦੇ ਮੁਸਲਮਾਨ ਦੇ ਸੰਦਰਭ 'ਚ ਅੱਜ ਕਿੱਥੇ ਮੌਜੂਦ ਹੈ, ਉਹਦੀ ਪੋਲੀਟੀਕਲ ਐਸਪੀਰੇਸ਼ਨਸ ਕੀ ਨੇ ਔਰ ਸੁਸਾਇਟੀ 'ਚ ਉਹਨੂੰ ਕਿੰਨੀ ਕੁ ਥਾਂ ਮਿਲਦੀ ਹੈ। ਇਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਪੰਜਾਬ ਤੋਂ 3 ਐਸੇ ਮਹਿਮਾਨ ਸਾਡੇ ਜੁੜੇ ਨੇ ਜੋ ਡੂੰਘੀ ਸੋਚ ਤੇ ਸਮਝ ਰੱਖਦੇ ਹੈ ਔਰ ਜੋ ਸਮਾਜ ਦੇ ਵਿੱਚ ਆਪਣੀ ਧਰਮ ਨੂੰ, ਆਪਣੀ ਕੌਮ ਨੂੰ ਬਹੁਤ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਨੇ। ਫਨਕਾਰ ਗੁਲਾਮ ਅਲੀ ਸਾਹਿਬ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੋ ਖਾਨ ਸਾਹਿਬ ਅੱਜ ਸਾਡੇ ਨਾਲ ਨੇ। ਅਕਸਰ ਇਹਨਾਂ ਨੂੰ ਤੁਸੀਂ ਗਾਇਕੀ ਦੇ ਪੱਧਰ 'ਚ ਅਕਸਰ ਦੇਖਦੇ ਰਹਿੰਦੇ ਹੋ, ਮੇਲਿਆਂ ਦੇ ਉੱਤੇ ਗੀਤਾਂ ਦੇ ਜ਼ਰੀਏ ਔਰ ਬਹੁਤ ਸਾਰੇ ਵੱਖੋ ਵੱਖਰੇ ਪਲੇਟਫਾਰਮਸ 'ਤੇ। ਔਰ ਸਲੀਮ ਸੁਲਤਾਨੀ ਸਾਹਿਬ ਸਾਡੇ ਨਾਲ ਅੱਜ ਜੁੜੇ ਨੇ, ਪੀਸ ਲਈ ਕੰਮ ਕਰਦੇ ਨੇ, ਸ਼ਾਂਤੀ ਲਈ ਕੰਮ ਕਰਦੇ ਨੇ ਔਰ ਅਵਾਰਡਸ ਮਿਲੇ ਇਹਨਾਂ ਨੂੰ ਕਈ। ਤਾਂ ਅੱਜ ਸਲੀਮ ਸੁਲਤਾਨੀ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰੂੰਗਾ। ਜਿਵੇਂ ਮੈਂ ਗੱਲ ਕੀਤੀ ਹੈ ਕਿ ਪੂਰੇ ਸਿਨੈਰੀਓ ਦੇ ਵਿੱਚ ਜਿੱਥੇ ਅੱਜ ਵਿਸ਼ਵ ਪੱਧਰ ਦੇ ਉੱਤੇ ਇਸਲਾਮ ਦੀ ਚਰਚਾ ਦੋਹਾਂ ਪਾਸਿਆਂ 'ਤੇ ਹੁੰਦੀ ਹੈ, ਇੱਕ ਪਾਸੇ ਉਹ ਹੈ ਜੋ ਵਾਇਲੈਂਟ ਇਸਲਾਮ ਦੀ ਗੱਲ ਕਰਦੇ ਹੈ, ਇੱਕ ਪਾਸੇ ਅਸੀਂ ਡਿਫੈਂਡ ਕਰਦੇ ਹਾਂ ਕਿ ਧਰਮ ਕਦੇ ਵੀ ਵਾਇਲੈਂਸ ਦੀ ਗੱਲ ਨਹੀਂ ਕਰਦਾ।
ਸਾਡੇ ਮੁਲਕ ਦੇ ਵਿੱਚ ਰਾਜਨੀਤਿਕ ਤੌਰ ਤੇ ਇਸਲਾਮ ਨੂੰ ਵਰਤਿਆ ਜਾਂਦਾ ਹੈ। ਹੁਣ ਬੰਗਾਲ ਦੀਆਂ ਚੋਣਾਂ 'ਚ ਵੀ ਬਹੁਤ ਚਰਚਾ ਹੋਈ ਕਿ ਮੁਸਲਮਾਨ ਡਿਸਾਈਡ ਕਰਨਗੇ ਕਿ ਸਰਕਾਰ ਕਿਹਦੀ ਬਣੂਗੀ। ਇਸ ਪੂਰੇ ਸਿਨੈਰੀਓ ਨੂੰ ਜੇ ਪੰਜਾਬ ਦੇ ਸੰਦਰਭ 'ਚ ਦੇਖਾਂ ਤਾਂ ਪੰਜਾਬ ਦਾ ਮੁਸਲਮਾਨ ਅੱਜ ਸੋਸ਼ਲੀ ਕਿੱਥੇ ਖੜਾ ਹੈ ਜੀ? ਪਹਿਲਾਂ ਤਾਂ ਮੱਕੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਮੰਚ ਤੇ ਬੁਲਾ ਕੇ ਸਾਨੂੰ ਸਮਾਂ ਦੇ ਰਹੇ ਹੈਗੇ ਆ। ਪਹਿਲੀ ਗੱਲ ਤਾਂ ਇਸਲਾਮ ਜਿਹੜਾ ਵਾ ਉਹ ਇੱਕ ਸ਼ਾਂਤੀ ਦਾ ਪੈਗਾਮ ਦਿੰਦਾ ਹੈਗਾ ਪੂਰੇ ਵਰਲਡ ਵਾਈਡ। ਲੇਕਿਨ ਜਿੱਥੇ ਧਾਰਮਿਕ ਕੱਟੜਤਾ ਦੀ ਗੱਲ ਆਉਂਦੀ ਹੈ ਉਹ ਕੁਝ ਵਿਅਕਤੀ ਵਿਸ਼ੇਸ਼ਾਂ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ। ਇਸਲਾਮ ਨੇ ਕਦੇ ਵੀ ਕੱਟੜਤਾ ਦਾ ਪੈਗਾਮ ਨਹੀਂ ਦਿੱਤਾ। ਤੇ ਜਦੋਂ ਅਸੀਂ ਆ ਕੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਅਸੀਂ ਪਹਿਲਾਂ ਤੋਂ ਹੀ ਇੱਕ ਚਰਚਾ ਦਾ ਵਿਸ਼ਾ ਰੱਖਿਆ ਹੈ ਵੀ ਪੰਜਾਬੀ ਮੂਲ ਨਿਵਾਸੀ ਮੁਸਲਿਮ ਪੰਜਾਬੀ ਭਾਈਚਾਰਾ ਉਹਨੂੰ ਉਹਨਾਂ ਦੇ ਬਣਦੇ ਰਾਜਨੀਤਿਕ, ਸਮਾਜਿਕ ਔਰ ਆਰਥਿਕ ਅਧਿਕਾਰ ਮਿਲਣੇ ਚਾਹੀਦੇ ਨੇ ਜੋ ਕਿ ਇਸ ਵੇਲੇ ਵਾਂਝੇ ਨੇ। ਸੋ ਅੱਜ ਦਾ ਸਾਡਾ ਵਿਸ਼ਾ ਵੀ ਇਹੀ ਆ ਵੀ ਮੀਡੀਆ ਰਾਹੀਂ ਇਸ ਗੱਲ ਤੇ ਚਾਨਣਾ ਪਾਇਆ ਜਾਵੇ ਔਰ ਇਸ ਨੂੰ ਇੱਕ ਚਰਚਾ ਦਾ ਵਿਸ਼ਾ ਬਣਾਇਆ ਜਾਵੇ ਪੰਜਾਬ ਪੱਧਰ ਤੇ, ਤਾਂ ਕਿ ਇਸ ਵਿਸ਼ੇ ਤੇ ਚਰਚਾ ਹੋਵੇ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਵਾਂਝੇ ਨੇ ਪੰਜਾਬ ਦੇ ਮੁਸਲਮਾਨਾਂ ਵਾਸਤੇ ਹੱਕ, ਇਹਨੂੰ ਵਾਂਝੇ ਕਿਸ ਵੱਲੋਂ ਕੀਤਾ ਗਿਆ? ਕੀ ਸਮਾਜ ਵੱਲੋਂ ਕੀਤਾ ਗਿਆ, ਪੋਲੀਟੀਕਲ ਕਲਾਸ ਵੱਲੋਂ ਕੀਤਾ ਗਿਆ, ਜਾਂ ਇੰਟਰਨਲ ਕਨਫਲਿਕਟ ਨੇ? ਦੇਖੋ, ਜਦੋਂ ਅਸੀਂ ਮੂਲ ਨਿਵਾਸੀ ਪੰਜਾਬੀ ਮੁਸਲਿਮ ਭਾਈਚਾਰੇ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜਾ ਪਾਰਟੀਸ਼ਨ ਤੋਂ ਬਾਅਦ ਜਿਹੜਾ ਪੰਜਾਬੀ ਮੂਲ ਨਿਵਾਸੀ ਇੱਥੇ ਰਹਿ ਗਿਆ, ਅਸੀਂ ਉਸ ਭਾਈਚਾਰੇ ਦੀ ਗੱਲ ਕਰਦੇ ਹਾਂ ਕਿਉਂਕਿ ਉਹ ਪਾਰਟੀਸ਼ਨ ਇੱਕ ਐਸਾ ਸਾਡੀ ਹਿਸਟਰੀ ਵਿੱਚ ਸਾਡੀ ਦਾਗ ਹੈ ਜਿਹਨੂੰ ਅਸੀਂ ਭੁੱਲ ਨਹੀਂ ਸਕਦੇ। ਸਮੇਂ ਵਿੱਚ ਇਹਨਾਂ ਦੇ ਜਿਹੜੇ ਬਜ਼ੁਰਗ ਇੱਥੇ ਸਾਡੇ ਰਹਿ ਗਏ ਸੀਗੇ, ਇੱਥੇ ਦੇ ਸਿੱਖ ਸਮਾਜ ਨੇ ਜਾਂ ਹੋਰ ਸਮਾਜਾਂ ਨੇ ਉਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਇੱਥੇ ਰੱਖ ਲਿਆ। ਜਿਹੜੇ ਲੋਕ ਉੱਧਰ ਚਲੇ ਗਏ ਉਹ ਪਾਕਿਸਤਾਨ ਚਲੇ ਗਏ। ਜਿਹੜੇ ਲੋਕ ਇੱਥੇ ਰਹਿ ਗਏ ਉਹਨਾਂ ਦੇ ਇੱਕ ਕਲਚਰ ਉਹਨਾਂ ਦੇ ਲੋਕਾਂ ਨਾਲ ਘੁਲ ਮਿਲ ਕੇ ਰਹਿ ਗਿਆ। ਲੇਕਿਨ ਫਿਰ ਵੀ ਇੱਥੇ ਦੇ ਲੋਕਾਂ ਦੀ ਤਹਿਜ਼ੀਬ ਔਰ ਲਿਆਕਤ ਔਰ ਉਹਨਾਂ ਦਾ ਈਮਾਨ ਪੱਕਾ ਦੀ ਉਹ ਆਪਣੇ ਧਰਮ 'ਤੇ ਕਾਇਮ ਰਹੇ। ਲੇਕਿਨ ਜੋ ਇੱਕ ਸਮੇਂ ਦਾ ਦੌਰ ਆਇਆ ਵੀ ਬਾਹਰਲੀਆਂ ਸਟੇਟਾਂ ਨੂੰ ਸਾਡਾ ਭਾਈਚਾਰਾ ਆਇਆ, ਉਹਨਾਂ ਨੇ ਉਹ ਵੀ ਕਾਬਿਲੇ ਤਾਰੀਫ ਹੈ, ਉਹਨਾਂ ਨੇ ਕਿ ਦੀਨ ਇਸਲਾਮ ਦੀ ਗੱਲ ਕੀਤੀ, ਪ੍ਰਚਾਰ ਪ੍ਰਸਾਰ ਕੀਤਾ। ਲੇਕਿਨ ਅੱਜ ਸਮੇਂ ਦੀ ਲੋੜ ਬਣ ਚੁੱਕਾ ਵੀ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਵਾ, ਖਾਸ ਕਰਕੇ ਮੁਸਲਿਮ ਭਾਈਚਾਰਾ, ਉਹਨੂੰ ਉਹ ਸਮਾਜਿਕ ਜੋ ਆਰਥਿਕ ਰਾਜਨੀਤਿਕ ਪੱਧਰ ਤੋਂ ਪਿਛੜ ਚੁੱਕਾ ਵਾ, ਉਹਨੂੰ ਅਸੀਂ ਅੱਗੇ ਲੈ ਕੇ ਆਈਏ। ਗੁਲਾਮ ਅਲੀ ਸਾਹਿਬ, ਜਿਵੇਂ ਸਲੀਮ ਸਾਹਿਬ ਕਹਿ ਰਹੇ ਨੇ, ਤੁਸੀਂ ਕੀ ਪੰਜਾਬ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਵੰਡ ਕੇ ਦੇਖਦੇ ਹੋ ਕਿ ਇੱਕ ਤਾਂ ਉਹ ਜਿਹੜਾ ਪਹਿਲਾਂ ਤੋਂ ਪਾਰਟੀਸ਼ਨ ਤੋਂ ਪਹਿਲਾਂ ਪੰਜਾਬ 'ਚ ਰਹਿ ਰਿਹਾ ਸੀ ਜਿਹਨੂੰ ਮੂਲ ਨਿਵਾਸੀ ਕਹਿ ਰਹੇ ਹੋ, ਔਰ ਦੂਜਾ ਜਿਹੜਾ ਬਾਹਰਲੀਆਂ ਸਟੇਟਾਂ ਤੋਂ ਪਲਾਇਨ ਕਰਕੇ ਆਇਆ? ਮੱਕੜ ਸਾਹਿਬ, ਇਹਨੂੰ ਮੈਂ ਵੰਡ ਕੇ ਕਦੇ ਵੀ ਨਹੀਂ ਦੇਖਦਾ ਕਿਉਂਕਿ ਮੁਸਲਿਮ ਚਾਹੇ ਉਹ ਯੂਪੀ ਦਾ ਹੋਵੇ, ਬਿਹਾਰ ਦਾ ਹੋਵੇ, ਸਾਰੇ ਸਾਡੇ ਭਰਾ ਨੇ। ਔਰ ਖ਼ਾਸ ਤੌਰ 'ਤੇ ਜਿਹੜਾ ਪੰਜਾਬੀ ਮੁਸਲਿਮ ਹੈ ਉਹ ਪੰਜਾਬੀ ਦੀ ਤੇ ਪੰਜਾਬੀਅਤ ਦੀ ਜ਼ਿਆਦਾ ਗੱਲ ਕਰਦਾ ਹੈ। ਤੇ ਖਾਸ ਤੌਰ ਤੇ ਅੱਜ ਸਮਾਜ ਦੇ ਵਿੱਚ ਜਿਹੜੀ ਲੋੜ ਸਾਨੂੰ ਮਹਿਸੂਸ ਹੋਈ, ਇੱਕ ਆਮ ਵਰਗ ਦੇ ਮੁਸਲਿਮ ਪਰਿਵਾਰਾਂ ਨੂੰ ਜਿਹੜੀਆਂ ਲੋੜਾਂ ਮਹਿਸੂਸ ਹੋਈਆਂ, ਉਹ ਸਾਡਾ ਸਮਾਜ ਜਿਹੜਾ ਆ ਉਹਨੇ ਗੁੰਝਲ ਕਰ ਦਿੱਤੀਆਂ ਭਾਜੀ। ਉਹ ਗੁੰਝਲ ਇਸ ਤਰ੍ਹਾਂ ਹੋ ਗਈਆਂ ਕਿਉਂਕਿ ਸਾਡੇ ਜਿਹੜੇ ਪ੍ਰਚਾਰਕ ਨੇ ਇਸਲਾਮ ਧਰਮ ਦੇ, ਉਹਨਾਂ ਨੇ ਕੁਝ ਵਿਚਾਰਧਾਰਾਵਾਂ ਐਸੀਆਂ ਬਣਾ ਦਿੱਤੀਆਂ ਕਿ ਜਿਹਨੇ ਟੋਪੀ ਲਈ ਸਿਰ 'ਤੇ ਉਹੀ ਮੁਸਲਮਾਨ ਹੈ, ਜਾਂ ਜਿਹਨੇ ਦਾੜੀ ਲੰਬੀ ਰੱਖੀ, ਮੁੱਛਾਂ ਕਟਾਈਆਂ ਉਹੀ ਮੁਸਲਮਾਨ ਹੈ, ਜਾਂ ਜਿਹਨੇ ਪਹਿਰਾਵਾ ਕੋਈ ਉਸ ਤਰ੍ਹਾਂ ਦਾ ਪਹਿਨਿਆ ਉੱਥੋਂ ਮੁਸਲਮਾਨ ਦੀ ਪਹਿਚਾਣ ਹੁੰਦੀ ਹੈ। ਪਰ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਪੰਜਾਬੀ ਮੁਸਲਮਾਨ ਹੈ ਉਹ ਹਰ ਇੱਕ ਸਮਾਜ ਦੇ ਵਿੱਚ, ਚਾਹੇ ਉਹ ਹਿੰਦੂ ਹੈ, ਸਿੱਖ ਹੈ, ਚਾਹੇ ਕੋਈ ਵੀ ਹੋਰ ਧਰਮ ਦਾ ਬੰਦਾ ਰਹੇ, ਉਹਦੇ ਨਾਲ ਇੱਕਮਿਕ ਹੋ ਕੇ ਰਹਿੰਦਾ। ਹੁਣ ਤੁਸੀਂ ਸਾਡੇ ਪਹਿਰਾਵੇ ਦੇਖ ਸਕਦੇ ਹੋ, ਸਾਡੇ ਪਹਿਰਾਵੇ ਤੋਂ ਸਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਕੀ ਹਾਂ, ਸਿਰਫ ਤੁਹਾਡੇ ਉਹਨਾਂ ਚੀਜ਼ਾਂ ਕਰਕੇ ਸਾਨੂੰ ਅਜੇ ਲੋੜ। ਉਹ ਬੰਨ ਕੌਣ ਰਿਹਾ ਤੁਹਾਨੂੰ? ਉਹਦੇ 'ਚ ਸੀਮਤ ਕੌਣ ਕਰਦਾ ਹੈ? ਸੀਮਿਤ ਮੈਂ ਇਹ ਦੱਸ ਰਿਹਾ ਭਾਜੀ, ਜਿਹੜੇ ਪ੍ਰਚਾਰਕ ਅੱਜ ਆਏ ਹੋਏ ਨੇ ਇੱਥੇ, ਉਹ ਪ੍ਰਚਾਰਕ ਜ਼ਿਆਦਾਤਰ ਬਾਹਰਲੀਆਂ ਸਟੇਟਾਂ ਦੇ ਨੇ, ਪੰਜਾਬ ਦੇ ਨਹੀਂ ਹੈਗੇ। ਪੰਜਾਬ ਦਾ ਮੁਸਲਮਾਨ ਕਦੇ ਵੀ ਇਸ ਤਰ੍ਹਾਂ ਦਾ ਪ੍ਰਚਾਰ ਨਹੀਂ ਕਰਦਾ ਕਿ ਤੁਸੀਂ ਐਂ ਕਰੋ, ਤੁਹਾਡਾ ਪਹਿਰਾਵਾ ਇੱਕ ਖਾਸ ਹੋਣਾ ਚਾਹੀਦਾ, ਜਾਂ ਤੁਹਾਡੀ ਦਾੜੀ ਇੱਕ ਖਾਸ ਹੋਣੀ ਚਾਹੀਦੀ ਹੈ, ਜਾਂ ਤੁਹਾਨੂੰ ਇੱਕ ਤਹਿਜ਼ੀਬ ਦੀ ਗੱਲ ਵੀ ਆਉਂਦੀ ਹੈ ਭਾਜੀ। ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਤਲਬ ਡਿਸਟ੍ਰਿਕਟਸ ਐਸੇ ਨੇ ਜਿੱਥੇ ਮੁਸਲਮਾਨਾਂ ਦੀ ਕਾਫੀ ਭਰਮਾਰ ਹੈ, ਪਰ ਬਹੁਤ ਸਾਰੇ ਡਿਸਟ੍ਰਿਕਟ ਐਸੇ ਨੇ ਜਿੱਥੇ ਬੜੇ ਘੱਟ ਮੁਸਲਮਾਨ ਹੈ, ਘੱਟ ਗਏ। ਬਿਲਕੁਲ, ਉੱਥੇ ਪ੍ਰਚਾਰ ਦੀ ਬੜੀ ਕਮੀ ਹੈ। ਉੱਥੇ ਮੌਲਵੀ ਸਾਹਿਬ ਜਾਂ ਜਿਹੜੇ ਸਾਡੇ ਇਮਾਮ ਨੇ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਇਸਲਾਮ ਨੂੰ ਉਹਨਾਂ ਲੋਕਾਂ ਦੇ ਲੈਵਲ ਦੇ ਹਿਸਾਬ ਨਾਲ ਪ੍ਰਚਾਰ ਕੀਤਾ ਜਾਵੇ। ਜਦੋਂ ਸਾਨੂੰ ਹੁਣ ਕੋਈ ਗੱਲ ਫਾਰਸੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਦੱਸੀ ਜਾਂਦੀ ਹੈ, ਉਹ ਸਮਝ ਨਹੀਂ ਪੈਂਦੀ। ਜੇ ਸਾਨੂੰ ਕੋਈ ਗੱਲ ਪੰਜਾਬੀ 'ਚ ਦੱਸੀ ਜਾਵੇ, ਸ਼ਾਇਦ ਉਹ ਬੜੇ ਅੱਛੇ ਤਰੀਕੇ ਨਾਲ ਸਮਝ ਆ ਸਕੇ। ਮੈਨੂੰ ਇਹਦੇ 'ਚ ਵਕਫ ਬੋਰਡ ਦਾ ਕੀ ਰੋਲ ਹੈ? ਕਿ ਪੰਜਾਬ ਦੇ ਵਿੱਚ ਜਿਹੜਾ ਵਕਫ ਬੋਰਡ ਕੰਮ ਕਰ ਰਿਹਾ ਹੈ, ਉਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਹਰਲੀਆਂ ਸਟੇਟਾਂ ਤੋਂ ਆਏ ਹੋਏ ਜਿਸ ਤਰ੍ਹਾਂ ਪ੍ਰਚਾਰ ਰਹੇ ਹੈ, ਉਹਦੀ ਹਮਾਇਤ ਕਰਦਾ? ਪੰਜਾਬ ਦੇ ਵਿੱਚ ਜੇ ਇਸ ਵੇਲੇ ਦੇਖਿਆ ਜਾਵੇ, ਇਸਲਾਮ ਦਾ ਸਭ ਤੋਂ ਸਰਵਉੱਚ ਜਿਹੜਾ ਕੋਈ ਇੱਕ ਅਦਾਰਾ ਹੈ ਉਹ ਪੰਜਾਬ ਵਕਫ ਬੋਰਡ ਹੈ, ਜਿਹਦੇ ਵਿੱਚ ਇਸਲਾਮ ਧਰਮ ਦੇ ਜਿਹੜੇ ਜਿੰਨੇ ਵੀ ਮਤਲਬ ਆਪਣੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪ੍ਰਾਪਰਟੀਜ਼ ਹੈ, ਉਹਨਾਂ ਨੂੰ ਸਾਂਭਦੇ ਨੇ, ਸਾਂਭ ਸੰਭਾਲ ਜਾਂ ਪ੍ਰਚਾਰ ਦਾ ਕੰਮ ਵਕਫ ਬੋਰਡ ਕਰ ਰਿਹਾ ਜ਼ਿਆਦਾਤਰ। ਹੁਣ ਵਕਫ ਬੋਰਡ ਦੀ ਡਿਊਟੀ ਇਹ ਬਣਦੀ, ਜਿੱਦਾਂ ਮੰਨ ਲਓ ਬਿਹਾਰ ਵਕਫ ਬੋਰਡ ਹੈ, ਗੁਜਰਾਤ ਵਕਫ ਬੋਰਡ ਹੈ,
ਜਾਂ ਯੂਪੀ ਵਕਫ ਬੋਰਡ ਹੈ, ਇਸੇ ਤਰ੍ਹਾਂ ਇੱਕ ਪੰਜਾਬ ਵਕਫ ਬੋਰਡ, ਪੰਜਾਬ ਦੇ ਵਿੱਚ ਪੰਜਾਬੀ ਨੂੰ ਜ਼ਿਆਦਾ ਪਹਿਲ ਦੇਣੀ ਚਾਹੀਦੀ ਹੈ। ਵਕਫ ਬੋਰਡ ਦੇ ਵਿੱਚ ਜਿੰਨੇ ਤੁਸੀਂ ਅਹੁਦੇਦਾਰ ਦੇਖੋਗੇ, ਜਿੰਨੇ ਤੁਸੀਂ ਉੱਥੇ ਕੰਮ ਕਰਨ ਵਾਲੇ ਦੇਖੋਗੇ, ਉਹ ਜ਼ਿਆਦਾਤਰ ਬਾਹਰਲੀਆਂ ਸਟੇਟਾਂ ਦੇ ਨੇ। ਪੰਜਾਬੀ ਮੁਸਲਿਮ ਨੂੰ ਇਸ ਲਈ ਰੈਡੀ ਨਹੀਂ। ਮਤਲਬ ਪੰਜਾਬ ਦੇ ਵਕਫ ਬੋਰਡ ਦੇ ਉੱਤੇ ਕੰਟਰੋਲ ਬਾਹਰਲੀਆਂ ਸਟੇਟਾਂ ਦਾ, ਇਹ ਕਹਿ ਰਹੇ ਹੋ ਤੁਸੀਂ? ਬਿਲਕੁਲ ਜੀ, ਤੁਸੀਂ ਗੂਗਲ ਤੇ ਸਰਚ। ਪਰ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਵੀ ਪੰਜਾਬੀ ਮੁਸਲਮਾਨਾਂ ਨੂੰ ਜਿਨ੍ਹਾਂ ਦੀ ਡਿਊਟੀ ਬਣਦੀ ਸੀ, ਉਹਨਾਂ ਨੇ ਇੰਨੇ ਜੋਗੇ ਕੀਤਾ ਹੀ ਨਹੀਂ ਕਿ ਉਹ ਉਹਨਾਂ ਚੀਜ਼ਾਂ 'ਚ ਹਿੱਸਾ ਲੈ ਸਕਣ। ਨਹੀਂ, ਪਰ ਇਹ ਕੀ ਨਾਕਾਬਲੀਅਤ ਰਹੀ ਹੈ ਜਿਹੜੇ ਮੂਲ ਨਿਵਾਸੀ ਸੀਗੇ ਪੰਜਾਬ ਦੇ, ਜਿਹੜੇ ਮੂਲ ਨਿਵਾਸੀ ਮੁਸਲਮਾਨ ਸੀਗੇ? ਨਾਕਾਬਲੀਅਤ ਸ਼ਬਦ ਨਹੀਂ ਸੀ ਕਹਾਂਗੇ, ਰਿਸੋਰਸ ਦੀ ਕਮੀ ਸੀ, ਔਰ ਕਿਤੇ ਨਾ ਕਿਤੇ ਪਛੜੇ ਉਹ ਆਪਣੇ ਆਪ ਨੂੰ ਡਿਵੈਲਪ ਕਰਨ 'ਚ ਲੱਗੇ ਰਹੇ। ਠੀਕ ਹੈ, ਲੇਕਿਨ ਜਦੋਂ ਕਹਿੰਦੇ ਜਦੋਂ ਜਾਗੋ ਉਦੋਂ ਸਵੇਰਾ, ਹੁਣ ਸਾਡੀ ਇਹ ਮੰਗ ਹੈ ਖਾਸ ਕਰਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ, ਵੀ ਜਿੰਨੇ ਵੀ ਪੰਜਾਬ ਮੁਸਲਮਾਨਾਂ ਨਾਲ ਜੁੜੇ ਹੋਏ ਅਦਾਰੇ ਨੇ, ਉਹ ਚਾਹੇ ਪੰਜਾਬ ਵਕਫ ਬੋਰਡ ਹੋਵੇ, ਚਾਹੇ ਮਾਈਨੋਰਟੀ ਕਮਿਸ਼ਨ ਹੋਵੇ, ਜਾਂ ਹਜ ਕਮੇਟੀ ਹੈ, ਜੋ ਕੋਈ ਵੀ ਹੈ, ਉਹਨਾਂ ਉੱਤੇ ਪਹਿਲ ਜਿਹੜੀ ਪੰਜਾਬੀ ਮੁਸਲਮਾਨਾਂ ਨੂੰ ਮਿਲਣੀ ਚਾਹੀਦੀ ਹੈ। ਉਸ ਤੋਂ ਬਾਅਦ ਕੋਈ ਗੈਰ ਜਿਹੜਾ ਪੰਜਾਬੀ। ਤਾਂ ਇਹ ਡਿਸਾਈਡ ਕੌਣ ਕਰ ਰਿਹਾ? ਉਹਨਾਂ ਦਾ ਕੰਟਰੋਲ ਕਿਵੇਂ ਹੋ ਗਿਆ? ਸਲੀਮ ਸਾਹਿਬ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਗੈਰ ਪੰਜਾਬੀ ਮੁਸਲਮਾਨ ਸੀਗੇ, ਉਹ ਪੰਜਾਬ ਦੇ ਵਕਫ ਬੋਰਡ ਤੇ ਕਾਬਜ਼ ਕਿਵੇਂ ਹੋ ਜਾਂਦੇ ਆ? ਇਹ ਜੀ ਕਿਤੇ ਨਾ ਕਿਤੇ ਨੋਮੀਨੇਟਡ ਪੋਸਟਾਂ ਹੁੰਦੀਆਂ ਹੈਗੀਆਂ ਵਾ, ਤੇ ਉਹ ਫਿਰ ਕਿਤੇ ਨਾ ਕਿਤੇ ਸਾਡੇ ਲੋਕ ਪਿੰਡ ਕੇਂਦਰ ਦੇ ਹੱਥ 'ਚ ਇਹ ਜਾਂ ਪੰਜਾਬ ਸਰਕਾਰ ਦੇ ਹੱਥ ਵਿੱਚ ਹੁੰਦਾ, ਕਿਉਂਕਿ ਪਿਛਲੇ 10 ਸਾਲ ਤੋਂ ਅਸੀਂ ਦੇਖਦੇ 2 ਟਰਨਾਂ ਵਿੱਚ ਗੈਰ ਪੰਜਾਬੀ ਵਕਫ ਬੋਰਡ ਦਾ ਚੇਅਰਮੈਨ ਬਣਿਆ। ਹੁਣ ਵੀ ਹੈ। ਤਾਂ ਇਹ ਪੰਜਾਬ ਸਰਕਾਰ ਨੇ ਚੁਣਨਾ ਹੁੰਦਾ? ਹਾਂਜੀ, ਪੰਜਾਬ ਸਰਕਾਰ। ਫਿਰ ਇਹ ਇਸ ਦੇ ਪਿੱਛੇ ਸਿਆਸਤ ਕੀ ਹੋ ਸਕਦੀ ਹੈ ਜੀ? ਇਸ ਦੇ ਪਿੱਛੇ ਸਿਆਸਤ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਲੋਕ ਉੱਥੇ ਤੱਕ ਜ਼ਿਆਦਾ ਅਪਰੋਚ ਨਹੀਂ ਕਰ ਪਾਏ, ਕਿਉਂਕਿ ਸਾਡੇ ਲੋਕ ਤੁਸੀਂ ਜਾ ਕੇ ਦਿਹਾਤ ਜਾ ਕੇ ਦੇਖੋ, ਇੱਦਾਂ ਨਹੀਂ ਹੈ ਉਹ ਪੋਲੀਟੀਕਲ ਲੈਵਲ ਤੇ ਨਹੀਂ ਹੈ, ਪੰਚ ਸਰਪੰਚ ਕਿਤੇ ਉਹ ਚੇਅਰਮੈਨ ਨੇ, ਵਾਈਸ ਚੇਅਰ ਬਲਾਕ ਸੰਮਤੀ ਵਿੱਚ ਹੈਗੇ ਨੇ, ਇਹ ਨਹੀਂ ਗੱਲ ਹੈ। ਲੇਕਿਨ ਉਹਨਾਂ ਦੀ ਉੱਥੇ ਨਹੀਂ, ਉਹਨਾਂ ਨੇ ਆਪਣੀ ਸੋਚ ਲੜਾਈ ਦਾ ਮਤਲਬ ਇਹ ਨਹੀਂ ਸੀ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਈਏ। ਹੁਣ ਅਸੀਂ ਇਹ ਮੰਚ ਜਿਹੜਾ ਮੂਲ ਨਿਵਾਸੀ ਪੰਜਾਬੀ ਮੁਸਲਿਮ ਭਾਈਚਾਰਾ ਆਰਗੇਨਾਈਜ਼ ਕਰ ਰਹੇ ਹਾਂ, ਇਸ ਮੰਚ ਦਾ ਕੰਮ ਇਹੀ ਹੋਏਗਾ ਵੀ ਉਹਨਾਂ ਲੋਕਾਂ ਨੂੰ ਉਸ ਪੱਧਰ ਤੇ ਲੈ ਕੇ ਆ ਜਾਵੇ। ਮੇਰੇ ਖਿਆਲ ਇੱਕ ਵਾਰ ਪੰਜਾਬੀ ਭਾਸ਼ਾ ਵੀ ਕੱਢਤੀ ਸੀਗੀ ਕਿ ਪੰਜਾਬੀ ਦਾ ਲੇਟੈਸਟ। ਹਾਂਜੀ, ਬਿਲਕੁਲ ਉਦੋਂ ਵੀ। ਉਹਦੇ ਬਾਰੇ ਥੋੜਾ ਦੱਸੋ। ਹਾਂ, ਪਿੱਛੇ ਜੇ ਪੰਜਾਬ ਵਕਫ ਬੋਰਡ ਇੱਕ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸੀ, ਕਿਉਂਕਿ ਪਹਿਲਾਂ ਵਕਫ ਬੋਰਡ 'ਚ ਇਹ ਸੀਗਾ ਵੀ ਜਿਹਨੂੰ ਪੰਜਾਬੀ ਲਾਜ਼ਮੀ ਹੁੰਦੀ ਹੈ ਉਹ ਨੌਕਰੀ ਲਈ ਹੱਕਦਾਰ ਹੁੰਦਾ ਸੀਗਾ, ਉਹ ਕਾਲਮ ਹਟਾਤਾ ਸੀਗਾ। ਲੇਕਿਨ ਉਹਦਾ ਇੱਕ ਵਿਆਪਕ ਪੱਧਰ ਤੇ ਪੰਜਾਬ ਵਿੱਚ ਉਹਦਾ ਵਿਰੋਧ ਹੋਇਆ। ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਜਿੰਨੇ ਵੀ ਪੰਜਾਬ ਦੇ ਪੰਜਾਬੀ ਮੂਲ ਨਿਵਾਸੀ ਸੀਗੇ, ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ, ਉਹ ਚਾਹੇ ਮੁਸਲਮਾਨ ਚਾਹੇ ਹੋਰ ਵੀ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ, ਉਹਨਾਂ ਨੇ ਜ਼ੋਰ ਲਾਇਆ ਤੇ ਉਹ ਫਿਰ ਨੀ ਕਾਨੂੰਨ ਲਾਗੂ ਹੋਇਆ। ਕਿ ਪੰਜਾਬ, ਫਿਰ ਮੈਂ ਖਾਨ ਸਾਹਿਬ ਦੇ ਵੱਲ ਵੀ ਜਾਣਾ ਹੈ, ਜਿਹੜੀ ਬੇਸਿਕ ਆਈਡੀਓਲੋਜੀ ਔਰ ਸੋਸ਼ਲੀ ਰਹਿਣ ਸਹਿਣ ਦੇ ਤਰੀਕਿਆਂ ਦੇ ਵਿੱਚ ਪੰਜਾਬ ਦੇ ਮੂਲ ਨਿਵਾਸੀ ਮੁਸਲਮਾਨ ਔਰ ਬਾਹਰਲੀਆਂ ਸਟੇਟਾਂ ਵਾਲਿਆਂ ਦੇ ਵਿੱਚ ਡਿਫਰੈਂਸ ਹੈਗਾ ਜੀ? ਇਹਦੇ ਵਿੱਚ ਇਹ ਹੈ ਵੀ ਡਿਫਰੈਂਸ ਕਹਿ ਸਕਦੇ, ਕਿਉਂਕਿ ਜਿਹੜਾ ਪੰਜਾਬ ਦੀ ਸਰਜ਼ਮੀਨ ਹੈ, ਇਹ ਇੱਥੇ ਬਾਬੇ ਨਾਨਕ ਨੇ ਸਾਂਝੀਵਾਲਤਾ ਦਾ ਪੈਗਾਮ ਦਿੱਤਾ। ਇੱਥੇ ਬਾਬੇ ਬੁੱਲੇ ਸ਼ਾਹ ਦੀਆਂ ਕਾਫੀਆਂ, ਬਾਬਾ ਫਰੀਦ ਜੀ ਦੇ ਅਲਹਾਮ ਨੇ, ਔਰ ਸ਼੍ਰੀ ਗੁਰਦਾਸ ਮਹਾਰਾਜ ਦੀਆਂ ਬਾਣੀਆਂ। ਕਿਉਂਕਿ ਲੋਕ ਤੁਸੀਂ ਦੇਖੋ, ਜਦੋਂ ਗੁਰਪੁਰਬ ਹੁੰਦਾ ਵਾ, ਉੱਥੇ ਸਾਰੇ ਪੰਜਾਬੀ ਮੁਸਲਮਾਨ ਜਾ ਕੇ ਉੱਥੇ ਵੱਧ ਚੜ੍ਹ ਕੇ ਹਿੱਸਾ ਲੈਂਦੇ। ਜੋ ਸਾਡੀ ਈਦ ਹੁੰਦੀ ਹੈ ਤੇ ਗੈਰ ਮੁਸਲਿਮ ਵੀ ਆਉਂਦੇ ਆ, ਅਸੀਂ ਬੜਾ ਦੁੱਖ। ਲੇਕਿਨ ਹੋਰ ਸਟੇਟਾਂ ਤੁਹਾਨੂੰ ਇਹ ਕਲਚਰ ਸ਼ਾਇਦ ਨਾ ਮਿਲੇ, ਕਿਉਂਕਿ ਪੰਜਾਬ ਦੀ ਇੱਕ ਤਹਿਜ਼ੀਬ ਰਹੀ, ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੀ, ਮਹਾਨ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ। ਅਸੀਂ ਉਸੀ ਸਾਂਝ ਨੂੰ ਲੈ ਕੇ ਤੁਰ ਰਹੇ। ਕੱਟੜਤਾ ਨੂੰ ਤੁਸੀਂ ਪ੍ਰਚਾਰਦੇ ਨਹੀਂ? ਕੱਟੜ ਤਾਂ ਮੈਂ ਕਹਿੰਦਾ ਪੰਜਾਬ ਦੀ ਧਰਤੀ ਤੇ ਕਿਸੇ ਲਾਗੇ ਛਾਗੇ ਵੀ ਥਾਂ ਹੈ ਨਹੀਂ ਕੱਟੜ, ਕਿਉਂਕਿ ਪੰਜਾਬ ਦੀ ਇੱਥੋਂ ਪਹਿਲਾਂ ਹੀ ਬਾਬੇ ਨਾਨਕ ਨੇ ਸਾਂਝੀਵਾਲਤਾ ਦਾ ਪੈਗਾਮ ਦਿੱਤਾ। ਖਾਨ ਸਾਹਿਬ, ਤੁਹਾਨੂੰ ਕਦੇ ਮਹਿਸੂਸ ਹੋਇਆ, ਜਿਵੇਂ ਗੁਲਾਮ ਅਲੀ ਸਾਹਿਬ ਕਹਿ ਰਹੇ ਸੀਗੇ ਕਿ ਬਾਹਰਲੇ ਪ੍ਰਚਾਰਕ ਆਉਂਦੇ ਆ ਔਰ ਉਹ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰ੍ਹਾਂ ਦਾ ਪਹਿਰਾਵਾ ਰੱਖੋ, ਆਹ ਕਰੋ, ਕਦੇ ਤੁਸੀਂ ਸੁਣਿਆ ਹੋਵੇ ਜਾਂ ਤੁਹਾਡੇ ਨਾਲ ਇਸ ਤਰ੍ਹਾਂ ਤਜਰਬਾ ਹੋਵੇ? ਮੇਰੇ ਨਾਲ ਖੁਦ ਹੀ ਹੋਇਆ ਜੀ ਇਹ ਚੀਜ਼ ਤਾਂ। ਤੇ ਪਿੱਛੇ ਜੇ ਚਲੋ ਮੈਂ ਤੁਹਾਨੂੰ ਗੱਲ ਦੱਸਦਾ, ਸਾਡੀ ਕਬਰਸਤਾਨ ਸੀਗਾ ਜੀ, ਕਬਰਸਤਾਨ ਸੀਗਾ ਤੇ ਉੱਥੇ ਗੁੱਜਰ ਬੈਠੇ ਸੀਗੇ, ਕਬਜ਼ਾ ਕੀਤਾ ਸੀ ਉਹਨਾਂ ਨੇ ਧੱਕੇ ਨਾਲ। ਉਹਨਾਂ ਨੂੰ ਹਟਾਉਣ ਲਈ ਮੈਂ ਬਾਗਰ ਬੋਰਡ ਤੱਕ ਅਪਰੋਚ ਕੀਤੀ, ਠੀਕ ਹੈ ਜੀ। ਉਹ ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਵੀ ਤੂੰ ਮੁਸਲਮਾਨ ਹੀ ਨਹੀਂ ਲੱਗਦਾ। ਅੱਛਾ, ਇਦਾਂ ਦੇ ਲਫ਼ਜ਼ ਬੋਲੇ ਜਾਂਦੇ ਆ। ਇੱਕ ਤੁਹਾਨੂੰ ਦੱਸਦਾ ਜੀ, ਬਾਗਰ ਇਹ ਸ਼ਬਦ ਕਿਹਨੇ ਕਹੇ ਤੁਹਾਨੂੰ? ਇਹ ਜਿਹੜੇ ਉੱਥੇ ਸਮਝਦੇ ਮੈਨੇਜਮੈਂਟ ਕਰਦੇ ਉਸ। ਅੱਛਾ, ਤੇ ਉਹ ਕਹਿੰਦੇ ਤੂੰ ਤਾਂ ਮੁਸਲਮਾਨ ਲੱਗਦਾ ਹੀ ਨਹੀਂ। ਤੁਸੀਂ ਪੁੱਛਿਆ ਨਹੀਂ ਫਿਰ ਵੀ ਮੁਸਲਮਾਨ ਲੱਗਣਾ ਕਿਵੇਂ ਹੁੰਦਾ? ਇਹ ਸ਼ਬਦ ਨਹੀਂ ਪੁੱਛੇ? ਚਲੋ ਜੀ, ਉਦੋਂ ਨਿਆਣੇ ਸੀਗੇ, ਹੋ ਗਏ 5-7 ਸਾਲ, ਨਹੀਂ ਇੰਨੀ ਨੌਲੇਜ ਸੀਗੀ ਉਦੋਂ, ਠੀਕ ਆ, ਨਹੀਂ ਪੁੱਛਿਆ, ਆਪਾਂ ਬਹਿਸ ਨਹੀਂ ਕੀਤੀ ਉਹਨਾਂ ਨਾਲ। ਮੈਂ ਕਿਹਾ ਵੀ ਮੈਂ ਤੁਹਾਨੂੰ ਆਪਣਾ ਆਈਡੀ ਪ੍ਰੂਫ ਵਗੈਰਾ ਸਾਰਾ ਕੁਝ ਦਿਖਾ ਦਿੰਦਾ, ਮੇਰਾ ਕਰਕੇ ਪਿੰਡ ਬਿਲਗਾ ਆ ਮੇਰਾ ਪਿੰਡ, ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਆ। ਤੇ ਉੱਦਾਂ ਜੀ ਕੋਈ ਸਰਦਾਰ ਆਇਆ ਬੰਦਾ, ਉਹਨੂੰ ਪਹਿਲ ਦੇ ਆਧਾਰ ਦਿੱਤੀ, ਮੈਨੂੰ ਪਿੱਛੇ ਕਹਿੰਦੇ 2 ਘੰਟੇ ਬੈਠ ਗਈ ਤੂੰ। ਅੱਛਾ, ਠੀਕ ਹੈ ਜੀ, ਕਿਉਂਕਿ ਮੈਂ ਮੁਸਲਮਾਨ ਸੀਗਾ, ਉਹਨਾਂ ਨੂੰ ਪਤਾ ਲੱਗ ਗਿਆ ਬੰਦਾ ਮੁਸਲਮਾਨ ਹੈ, ਇਹਨਾਂ ਨੂੰ ਮਿਲਣਾ ਕੱਖ ਨਹੀਂ ਇੱਥੋਂ ਸਾਡੇ ਕੋਲ, ਠੀਕ ਹੈ ਜੀ। ਇਹਨਾਂ ਨੂੰ ਦੇਣਾ ਪੈਣਾ ਆਪਾਂ ਨੂੰ ਕੁਛ ਨਾ ਕੁਛ। ਮੱਕੜ ਸਾਹਿਬ, ਮੈਂ ਗੱਲ ਵੱਡੀ ਕਰਦਾ ਇਹਨਾਂ ਦੀ ਵਜ੍ਹਾ ਪਤਾ ਕੀ ਆ, ਜਦੋਂ ਮਤਲਬ ਸਾਡਾ ਪੰਜਾਬੀ ਭਾਈਚਾਰਾ ਆਪਣੀ ਕੋਈ ਪ੍ਰੋਬਲਮ ਲੈ ਕੇ ਆਪਣੇ ਅਦਾਰੇ ਕੋਲ ਜਾਂਦਾ,
ਜੇ ਤਾਂ ਉੱਥੇ ਕੋਈ ਪੰਜਾਬੀ ਬੰਦਾ ਬੈਠਾ ਹੋਊਗਾ ਸਾਡੀਆਂ ਮੁਸ਼ਕਲਾਂ ਨੂੰ ਜਾਣਦਾ, ਜਦੋਂ ਉੱਥੇ ਬੰਦਾ ਸਾਡੀ ਭਾਸ਼ਾ ਵਾਲਾ ਨਹੀਂ ਬੈਠਾ, ਸਾਡੇ ਸੱਭਿਆਚਾਰ ਵਾਲਾ ਨਹੀਂ ਬੈਠਾ, ਉਹਦੀ ਆਪਣੀ ਮੈਂਟਲ ਲੈਵਲ ਸੈੱਟ ਹੁੰਦਾ ਉੱਥੇ ਵੀ ਮੈਂ ਇਹਨਾਂ ਨੂੰ ਡੀਲ ਕਿੱਦਾਂ ਕਰਨਾ। ਫਿਰ ਵੱਡੀ ਵਜ੍ਹਾ ਇਹ ਵੀ ਰਹੀ ਹੈ ਵੀ ਜਿਹਨੂੰ ਇੱਕ ਵਾਰੀ ਕੁਰਸੀ ਦੀ ਨਾ ਲੱਤ ਲੱਗ ਗਈ, ਉਹ ਕੁਰਸੀ ਛੱਡ ਕੇ ਰਾਜੀ ਨਹੀਂ ਵੀ ਇਹ ਪੰਜਾਬ ਵਾਲੇ ਬੰਦੇ ਹੁਣ ਸਾਨੂੰ ਪਿੱਛੇ ਕਰਕੇ ਮੂਹਰੇ ਆ ਕਿੱਦਾਂ ਜਾਣ। ਉਹ ਵਿਤਕਰਾ ਹੈਗਾ ਵੀ ਕੀ ਜਿਹੜੇ ਬਾਹਰੋਂ ਆਏ ਹੋਏ ਬਹੁਤ ਸਾਰੇ ਜਿਹੜੇ ਕਾਮੇ ਆਏ ਹੋਏ ਆ ਮੁਸਲਮਾਨ ਭਰਾ ਬਾਹਰੋਂ, ਬੰਗਾਲ ਤੋਂ, ਯੂਪੀ ਤੋਂ, ਬਿਹਾਰ ਤੋਂ, ਜਿਹੜੇ ਅਹੁਦਿਆਂ ਤੇ ਬੈਠੇ ਨੇ ਹੁਣ, ਉਹ ਉਹਨਾਂ ਵੱਲ ਜ਼ਿਆਦਾ, ਉਹਨਾਂ ਨੂੰ ਜ਼ਿਆਦਾ ਤਰਜੀਹ ਦੇ ਰਹੇ। ਮੱਕੜ ਸਾਹਿਬ ਸਾਡੀ ਗੱਲ ਨੂੰ ਵਧਾਉਣਾ ਹੋਇਆ, ਤੁਸੀਂ ਮੈਨੂੰ ਇੱਕ ਵੀ ਮਿਸਾਲ ਦੇ ਦਿਓ ਕਿਸੇ ਹੋਰ ਸਟੇਟ 'ਚ ਇੱਦਾਂ ਕੁਝ ਹੁੰਦਾ ਹੋਵੇ। ਜਿੱਦਾਂ ਗੁਲਾਮ ਜੀ ਨੇ ਕਿਹਾ ਵੀ ਗੁਜਰਾਤ ਵਕਫ ਬੋਰਡ ਹੈ, ਬੰਗਾਲ ਵਕਫ ਬੋਰਡ ਹੈ, ਉੱਥੇ ਤੁਹਾਨੂੰ ਕੋਈ ਵੀ ਦੂਜੀ ਸਟੇਟ ਦਾ ਅਹੁਦੇਦਾਰ ਨਹੀਂ ਮਿਲੇਗਾ। ਲੇਕਿਨ ਪੰਜਾਬ ਫਿਰ ਵੀ ਖੁੱਲ੍ਹ ਦਿਲੀ ਦਾ ਇੱਥੇ ਸੱਦਾ ਵਾ। ਅਸੀਂ ਚਾਹੁੰਦੇ ਵੀ ਪਹਿਲ ਪੰਜਾਬੀਆਂ ਨੂੰ ਚਾਹੀਦੀ ਹੈ। ਉਹ ਅਸੀਂ ਜਿੱਦਾਂ ਤੁਸੀਂ ਹੁਣ ਵਕਫ ਬੋਰਡ 'ਚ ਕਰੋ, ਮੈਂ ਕੱਲ੍ਹ 11 ਕੁ ਮੈਂਬਰ ਹੈਗੇ ਆ ਅੱਜ ਦੀ ਡੇਟ 'ਚ, ਅਤੇ 7 ਮੈਂ ਕਹਿੰਦਾ ਗੈਰ ਪੰਜਾਬੀ ਹੈ ਅਤੇ 4 ਪੰਜਾਬੀ ਹੈ। ਯਾਨੀ ਇਹ ਡਿਫਰੈਂਸ ਹੈਗਾ। ਪਰ ਕੀ ਜਿਸ ਤਰ੍ਹਾਂ ਤੁਸੀਂ ਇਸਲਾਮ ਨੂੰ ਇੱਥੇ ਪ੍ਰਚਾਰ ਰਹੇ ਹੋ, ਪ੍ਰਸਾਰ ਰਹੇ ਹੋ, ਉਹਨਾਂ ਨੂੰ ਮਨਜ਼ੂਰ ਨਾ ਹੋਵੇ, ਹੋ ਸਕਦਾ ਉਹ ਆਪਣੇ ਤਰੀਕੇ ਚਾਹੁੰਦੇ ਹੋਣ। ਦੇਖੋ ਭਾਰਤ ਇੱਕ ਲੋਕਤੰਤਰ ਦੇਸ਼ ਹੈ, ਅਸੀਂ ਹੋ ਸਕਦਾ ਉਹਨਾਂ ਤੋਂ ਵੱਧ ਇਸਲਾਮ ਜਾਣਦੇ ਹੋਈਏ। ਠੀਕ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਜਿੱਦਾਂ ਗੁਲਾਮ ਜੀ ਨੇ ਕਿਹਾ ਵੀ ਅਸੀਂ ਕੋਈ ਖਾਸ ਪਹਿਰਾਵੇ ਪਾ ਕੇ ਨਿਕਲੀਏ, ਕੁਛ ਵਿਸ਼ੇਸ਼ ਭਾਸ਼ਾ ਬੋਲੀਏ, ਕਿਉਂਕਿ ਇਸਲਾਮ ਮਜ਼ਹਬ ਜਿਹੜਾ ਸ਼ਾਂਤੀ ਦਾ ਪੈਗਾਮ ਹੈ। ਔਰ ਅਸੀਂ ਇਸਲਾਮ ਹੋਣ ਦੇ ਨਾਤੇ ਅਸੀਂ ਇੱਕ ਪੰਜਾਬੀ ਵੀ ਹਾਂ। ਉਹ ਪੰਜਾਬ ਦੇ ਸੱਭਿਆਚਾਰ, ਭਾਸ਼ਾ, ਉਹਦੀ ਸੰਸਕ੍ਰਿਤੀ ਦੀ ਰਾਖੀ ਕਰਨਾ ਵੀ ਸਾਡਾ ਫਰਜ਼ ਹੈ। ਔਰ ਪੰਜਾਬ ਦੀ ਸਮਾਜ ਦੀ ਕੰਟਰੀਬਿਊਸ਼ਨ ਲਈ ਤੁਸੀਂ ਚਿੰਤਤ ਰਹਿੰਦੇ ਹੋ, ਕੀ ਐਫਰਟਸ ਕੀ ਰਹਿੰਦੇ ਆ ਜੀ ਤੁਹਾਡੇ ਵੱਲੋਂ? ਸਾਡੇ ਐਫਰਟ, ਮੈਂ ਜਿੱਦਾਂ ਤੁਸੀਂ ਦੱਸਿਆ, ਮੈਂ ਪੀਸ ਸਕਾਲਰ ਹੈਗਾ ਵਾਂ ਔਰ ਸ਼ਾਂਤੀ ਲਈ ਮੈਂ ਬਹੁਤ ਸਾਰਾ ਕੰਮ ਕਰ ਰਿਹਾ। ਔਰ ਸਾਡਾ ਮਕਸਦ ਹੈਗਾ ਵਰਲਡ ਵਿਸ਼ਵ ਸ਼ਾਂਤੀ 'ਤੇ ਕੰਮ ਕਰਨਾ। ਉਹਦੇ ਕਰਕੇ ਮੈਨੂੰ ਕਈ ਸਰਕਾਰੀ, ਗੈਰ ਸਰਕਾਰੀ ਸਨਮਾਨ ਵੀ ਮਿਲੇ। ਮੈਂ ਪੂਰੇ ਸਮਾਜ ਦੀ ਗੱਲ ਕਰ ਰਿਹਾ, ਇੰਡੀਵਿਜੂਅਲੀ ਗੱਲ ਨਹੀਂ ਕਰ ਰਿਹਾ। ਨਹੀਂ, ਪੂਰੇ ਸਮਾਜ ਲਈ ਸ਼ਾਂਤੀ ਦਾ ਕੰਮ ਕਰਨਾ ਹੈ ਜੀ। ਕਿ ਪੂਰਾ ਜਿਹੜਾ ਮੂਲ ਨਿਵਾਸੀ ਤੁਸੀਂ ਕਹਿ ਰਹੇ ਹੋ, ਜਿਹੜਾ ਭਾਈਚਾਰਾ ਹੈ, ਉਹ ਕਿਵੇਂ ਚਿੰਤਤ ਰਹਿੰਦਾ ਹੈ? ਉਹ ਕਿਸ ਤਰ੍ਹਾਂ ਦੀਆਂ ਐਫਰਟਸ ਜਿਹੜੇ ਆ ਉਹਦੇ ਵੱਲੋਂ ਰਹਿੰਦੇ ਆ? ਪਿਛਲੇ 4-5 ਸਾਲ ਤੋਂ ਦੇਖਿਆ ਸੀ, ਜਦੋਂ ਜਾਂਦੇ ਆ, ਸਾਡੇ ਲੋਕ ਮੂਲ ਨਿਵਾਸੀ ਹੁੰਦੇ ਹੋਏ ਵੀ ਇੱਕ ਗੁਲਾਮ ਜਿਹਨੂੰ ਕਹਦੀ, ਮੈਂ ਕਹਿੰਦਾ ਉਹ ਸ਼ਾਸਕ ਬਣਨ। ਕਿਉਂਕਿ ਇਹ ਮੈਂ ਕਹਿੰਦਾ ਵਰਲਡ ਵਾਈਡ ਚਰਚਾ, ਹਰ ਕੰਟਰੀ, ਹਰ ਦੇਸ਼, ਹਰ ਸਟੇਟ ਆਪਣੇ ਨਾਗਰਿਕਾਂ ਨੂੰ ਪਹਿਲ ਦਿੰਦੀ ਹੈ। ਅਸੀਂ ਵੀ ਚਰਚਾ ਨੂੰ ਅੱਗੇ ਵਧਾ ਰਹੇ ਹਾਂ। ਇਹਦੇ ਵਿੱਚ ਕੋਈ ਮੈਂ ਕਹਿੰਦਾ ਉਤਰਾ ਚੜਾ ਨਹੀਂ ਹੈ। ਗੱਲ 'ਚ ਗੱਲ ਕਲੀਅਰ ਹੈ। ਪੀਸ ਲਈ ਕੰਮ ਕਰਦੇ ਹੋ। ਜਿਸ ਤਰੀਕੇ ਦੀ ਇਸਲਾਮ ਦੀ ਪ੍ਰੈਜੈਂਟੇਸ਼ਨ ਵਰਲਡ ਵਾਈਡ ਹੋਈ ਹੈ, ਹੁਣ ਵੀ ਤੁਸੀਂ ਦੇਖੋ ਕਿ ਅਸੀਂ ਕੱਟੜਤਾ ਦੀ ਜਦੋਂ ਗੱਲ ਕਰੀਏ, ਅਸੀਂ ਆਪਦੇ ਮੁਲਕ ਦੀ ਵੀ ਗੱਲ ਕੀਤੀ ਕਿ ਜੇ ਕੱਟੜਤਾ ਇੱਥੇ ਵੀ ਕਿਸੇ ਹੋਰ ਧਰਮ ਦੇ ਵਿੱਚ ਆਉਂਦੀ ਤਾਂ ਲੋਕ ਆਖਰਕਾਰ ਬਰਦਾਸ਼ਤ ਨਹੀਂ ਕਰਨਗੇ। ਇਹ ਸਿਨੈਰੀਓ ਬਣਿਆ ਕਿਉਂ ਜੀ ਵਰਲਡ ਵਾਈਡ? ਇਹ ਸਿਨੈਰੀਓ ਸਾਨੂੰ ਤਾਂ ਪਤਾ ਨਹੀਂ ਜੀ। ਮੇਰੀ ਉਮਰ ਇਸ ਵੇਲੇ 35 ਸਾਲ ਦੀ ਆ, ਲੇਕਿਨ ਜਿੰਨਾ ਕੁ ਅਸੀਂ ਇਸਲਾਮ ਨੂੰ ਪੜ੍ਹਿਆ ਵਾ, ਕੋਈ ਜ਼ਿਆਦਾ ਤਾਂ ਨਹੀਂ, ਜ਼ਿਆਦਾ ਤਾਂ ਧਾਰਮਿਕ ਆਗੂ ਹੀ ਗੱਲ ਕਰ ਸਕਦੇ ਆ। ਇਸਲਾਮ ਜਿਹੜਾ ਅਮਨ ਦਾ ਪੈਗਾਮ ਦਿੰਦਾ, ਉਹਦੀ ਹਿਸਟਰੀ ਤੁਸੀਂ ਪੜ੍ਹੋ। ਲੇਕਿਨ ਇਹ ਧਾਰਮਿਕ ਕੱਟੜਤਾ, ਮੈਂ ਕਹਿੰਦਾ ਹਰ ਕੱਟੜਤਾ ਹਰ ਧਰਮ 'ਚ ਮਾੜੀ ਹੈ, ਚਾਹੇ ਉਹ ਇਸਲਾਮ ਹੋਵੇ, ਚਾਹੇ ਹਿੰਦੂਇਜ਼ਮ ਹੋਵੇ, ਜਾਂ ਸਿੱਖੀਜ਼ਮ ਹੋਵੇ, ਕਿਉਂਕਿ ਕੋਈ ਵੀ ਧਰਮ ਕੱਟੜਤਾ ਦਾ ਪੈਗਾਮ ਨਹੀਂ ਦਿੰਦਾ, ਜੋ ਅਸੀਂ ਸਟੱਡੀ ਕੀਤੀ ਹੈਗੀ ਆ। ਧਰਮ ਨੂੰ ਧਰਮ ਦੀ ਤਰ੍ਹਾਂ ਮੰਨੋ ਤਾਂ ਬਹੁਤ ਕੁਛ ਆ। ਜਦੋਂ ਧਰਮ ਨੂੰ ਅਸੀਂ ਕੱਟੜਤਾ ਲਿਆਵਾਂਗੇ, ਹੋ ਸਕਦਾ ਸਮਾਜ ਸਾਡੇ ਤੋਂ ਟੁੱਟ ਜਾਵੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੱਕੜ ਸਾਹਿਬ। ਪਿੰਡਾਂ ਦੇ ਵਿੱਚ ਮੰਨ ਲਓ, ਸਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦੇ ਘਰ 10 ਰੱਖਦੇ, ਸਾਰੇ ਪਿੰਡ ਵਿੱਚ। ਉਹ 10 ਘਰਾਂ 'ਚ ਜਦੋਂ ਲੋਕਾਂ ਦੇ ਵਿਆਹ ਹੁੰਦਾ ਸੀ, ਸਾਰੇ ਜਾਂਦੇ। ਜਦੋਂ ਮੁਸਲਿਮ ਧਰਮ 'ਚ ਵਿਆਹ ਹੁੰਦਾ ਨਾ, ਉਹ ਲੋਕੀ ਇੱਕ ਖਾਸ ਇੰਟਰਸਟ ਨਾ ਆਉਂਦੇ ਦੇਖਣ ਕਿ ਨਿਕਾਹ ਦੇਖਣਾ ਪਿੰਡ 'ਚ। ਹਾਂਜੀ, ਹਾਂ, ਖਾਸ ਤੌਰ ਤੇ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਨਿਕਾਹ 'ਚ ਹੁੰਦਾ ਕਿ ਉਹ ਸਿਰਫ ਜੋ ਫਿਲਮਾਂ 'ਚ ਦੇਖ ਲਿਆ, ਕਬੂਲ ਹੈ, ਕਬੂਲ ਹੈ, ਕਬੂਲ ਹੈ, ਨਿਕਾਹ ਹੋ ਗਿਆ, ਹੈ ਨਾ? ਐ ਹੁੰਦਾ ਹੈ। ਬਿਲਕੁਲ ਅਸੀਂ ਹੰਡਾਉਂਦੇ ਨੇ ਇਸ ਚੀਜ਼ ਨੂੰ। ਜਿਹੜਾ ਬੰਦਾ ਹੰਡਾ ਰਿਹਾ ਉਹ ਉਹਨੂੰ ਬਿਆਨ ਕਰ ਸਕਦਾ। ਹੁਣ ਉੱਥੇ ਪ੍ਰੋਬਲਮ ਕੀ ਆਉਂਦੀ ਭਾਜੀ, ਜੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਉਹ ਪ੍ਰਚਾਰ ਹੁੰਦਾ, ਸ਼ਾਇਦ ਉਹਨਾਂ ਨੂੰ ਇਹ ਚੀਜ਼ ਨਾ ਦੱਸਣੀ ਪੈਂਦੀ। ਜਿੰਨਾ ਅਸੀਂ ਗੁਰਦੁਆਰੇ ਜਾਂਦੇ, ਸ਼ਾਇਦ ਉਹ ਵੀ ਉਹਨਾਂ ਮਸਜਿਦ ਆਉਂਦੇ। ਹਾਂ, ਬਹੁਤ ਖੂਬਸੂਰਤ ਗੱਲ ਹੈ। ਸਾਂਝੀਵਾਲਤਾ ਦੀ ਗੱਲ ਕਰਨੀ ਚਾਹੁੰਦੇ ਆ ਕਿ ਜੇ ਮੈਂ ਗੁਰਦੁਆਰਾ ਸਾਹਿਬ ਜਾਂਦਾ, ਮੈਂ ਗੁਰਬਾਣੀ ਸ਼ਬਦ ਕੀਰਤਨ ਮੈਂ ਕਰ ਲੈਣਾ। ਮੈਂ ਈਵਨ ਕਿ ਜਦੋਂ ਕਾਲਜ ਪੜ੍ਹਦੇ ਹੁੰਦੇ, ਸਾਡੇ ਕਾਲਜ ਗੁਰਦੁਆਰਾ ਸਾਹਿਬ ਸੀ, ਉੱਥੇ ਬਹਿ ਕੇ ਮੈਂ ਮਹਾਰਾਜ ਦੀ ਤਾਬਿਆਂ 'ਤੇ ਬਹਿ ਕੇ ਮੈਂ ਡਿਊਟੀਜ਼ ਵੀ ਕੀਤੀਆਂ ਗਈਆਂ। ਉਹ ਕਿਉਂ? ਕਿਉਂਕਿ ਅਸੀਂ ਸਾਂਝੀਵਾਲਤਾ 'ਚ ਰਹਿੰਦੇ ਸ਼ੁਰੂ ਤੋਂ। ਤੇ ਖਾਸ ਤੌਰ ਤੇ ਬੱਚਿਆਂ ਨੂੰ ਗੁਰਬਾਣੀ ਦੀ ਟ੍ਰੇਨਿੰਗ। ਪਰ ਇਹ ਹੋ ਸਕਦਾ ਨਾ ਸਟਰੈਂਥ ਘੱਟ ਹੈ, ਤਾਂ ਕਰਕੇ ਵੀ ਹੋ ਸਕਦਾ ਹੈ ਕਿ ਉਹ ਸਟਰੈਂਥ ਘੱਟ। ਪਰ ਉਹਦੇ ਲਈ ਪ੍ਰਚਾਰਕ ਜਿਹੜੇ, ਹੁਣ ਮੰਨ ਲਓ ਗੁਰਦੁਆਰਾ ਸਾਹਿਬ ਆ, ਸਵੇਰੇ ਪਾਠ ਕਰਦਾ ਪਾਠੀ, ਸ਼ਾਮ ਨੂੰ ਕਰਦਾ, ਬੱਚਾ ਛੋਟਾ ਜਿਹਾ, ਉਹਨੂੰ ਪਤਾ ਸਿਰ ਝੁਕਾ ਕੇ ਲੰਘਣਾ, ਇੱਥੇ ਇਹ ਰੱਬ ਦਾ ਘਰ ਹੈ। ਜੇ ਇਦਾਂ ਦੇ ਕਨਸੈਪਟ ਜਿਹੜਾ ਪੰਜਾਬ ਵਕਫ ਬੋਰਡ ਜਾਂ ਜਿਹੜੀਆਂ ਇਸਲਾਮਿਕ ਜਥੇਬੰਦੀਆਂ ਕੰਮ ਕਰ ਰਹੀਆਂ,
ਜੇ ਇਦਾਂ ਦੇ ਕਨਸੈਪਟ ਉਹ ਲਾਗੂ ਕਰਨ ਪਿੰਡਾਂ ਵਿੱਚ ਜਿੱਥੇ ਇਸਲਾਮ ਵਾਲੇ ਬੰਦੇ ਰਹਿੰਦੇ ਨੇ, ਮੈਨੂੰ ਹੋ ਸਕਦਾ ਉਹ ਸਾਂਝੀਵਾਲਤਾ ਦਾ ਜ਼ਿਆਦਾ ਸੰਦੇਸ਼ ਦੇਵੇ। ਪਰ ਜਦੋਂ ਤੁਸੀਂ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਹੋ, ਮੈਂ ਅਕਸਰ ਇਹ ਸਵਾਲ ਕਰਦਾ ਹੁੰਨਾ, ਕੋਈ ਵੀ ਕੌਮ ਆਪਦਾ ਪ੍ਰਚਾਰ ਤੇ ਪ੍ਰਸਾਰ ਕਰੇ, ਉਹਦੇ ਨਾਲ ਉਹਦੀ ਸਟਰੈਂਥ ਕਿਵੇਂ ਵੱਧਦੀ ਹੈ? ਉਹ ਤਾਂ ਕਨਵਰਜਨ ਨਾਲ ਹੀ ਵੱਧ ਸਕਦੀ ਹੈ। ਜਾਂ ਤਾਂ ਕਿ ਤੁਸੀਂ ਬਿਲੀਵ ਕਰਦੇ ਹੋ ਅੱਜ, ਹਾਲਾਂਕਿ ਅੱਜ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਹੈ ਇੱਕ ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈ, ਅਸੀਂ ਸਾਰੇ ਜਾਣਦੇ ਹਾਂ, ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਉਹ ਵੱਖਰੀ ਗੱਲ ਹੈ। ਦੇਖੋ, ਮੈਂ ਮੱਕੜ ਸਾਹਿਬ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ। ਮੈਂ ਚਾਹੁੰਦਾ ਜੋ ਸਾਡੀ ਅੱਜ ਚਰਚਾ ਦਾ ਵਿਸ਼ਾ ਹੈ, ਅਸੀਂ ਉਹਦੇ ਦਾਇਰੇ 'ਚ ਰਹਿ ਕੇ ਗੱਲ ਕਰਨਾ ਚਾਹੁੰਦੇ ਹਾਂ। ਦੂਜੀ ਗੱਲ, ਜਿੱਦਾਂ ਤੁਸੀਂ ਕਿਹਾ ਸਟਰੈਂਥ ਸਾਡੇ ਮੁਸਲਿਮ ਭਾਈਚਾਰੇ ਦੀ, ਜੇ ਤੁਸੀਂ ਵੋਟ ਬੈਂਕ ਵੱਲ ਵੀ ਦੇਖ ਲਓ, ਉਹ ਸਾਡਾ ਜਿਹੜਾ ਜੱਦੀ ਪੰਜਾਬੀ ਮੁਸਲਮਾਨ ਆ, ਉਹਨਾਂ ਦੀ ਕੋੜੇ ਹੁੰਦੀ, ਲੇਕਿਨ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਦਾ। ਉਹ ਕਿਉਂ? ਉਹ ਪਹਿਲਾਂ ਤਾਂ ਮੈਂ ਕਹਿੰਦੇ ਹੁੰਦੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਕਮੀ ਕੱਢੋ। ਥੋੜ੍ਹੀ ਜਿਹੀ ਮੈਂ ਸਾਡੇ ਸਮਾਜ ਦੀ ਕਹਾਂ ਕਿ ਉਹਨਾਂ ਦੀ ਉਹ ਪਹੁੰਚ ਨਹੀਂ ਹੋਈ, ਲੇਕਿਨ ਹੁਣ ਸਾਡਾ ਯੂਥ ਪੜ੍ਹ ਲਿਖ ਗਿਆ ਔਰ ਸਾਡਾ NRI ਭਾਈਚਾਰਾ ਬਹੁਤ ਮਜ਼ਬੂਤ ਆ, ਸਾਡੇ ਕੋਲ ਰਿਸੋਰਸ ਵੀ ਹੈਗੇ ਆ। ਹੁਣ ਅਸੀਂ ਉਹ ਚੀਜ਼ਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਹੋ ਸਕਦਾ ਇਹ ਸਾਡੀ ਮੈਂ ਕਿਹਾ ਦੂਸਰੀ ਇੰਟਰਵਿਊ ਹੈਗੀ ਹੈ ਇਸ ਚਰਚਾ ਨੂੰ ਲੈ ਕੇ। ਪਰ ਕੀ ਐਕਸੈਪਟੇਬਿਲਟੀ ਹੈਗੀ ਹੈ ਕਿ ਜਿਹੜਾ ਜਿਵੇਂ ਪਿੰਡਾਂ ਦੀ ਗੱਲ ਕਰ ਰਹੇ ਸੀ ਗੁਲਾਮ ਅਲੀ ਸਾਹਿਬ, ਕਿ ਅਸੀਂ ਆਈਏ, ਉਹ ਵੀ ਜਾਣ, ਉਹ ਜਿਹੜਾ ਮੁਹੱਬਤ ਦਾ ਪੈਗਾਮ ਹੈ ਉਹ ਬਣਿਆ ਰਵੇ, ਪਰ ਐਕਸੈਪਟੇਬਿਲਿਟੀ ਹੈ ਕਿ ਉਹ ਜਿਹੜਾ ਇਸਲਾਮ ਨੂੰ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਬਾਕੀ ਧਰਮ ਦੇ ਲੋਕ ਜਿਹੜੇ ਨੇ ਉਹ ਉਨੇ ਪਿਆਰ ਦੇ ਨਾਲ ਕਬੂਲਦੇ ਹੈਗੇ? ਬਿਲਕੁਲ ਕਬੂਲਦੇ ਆ ਜੀ। ਬਾਬਾ ਮਰਦਾਨਾ ਜੀ, ਉਹਨਾਂ ਨੇ ਬਾਬੇ ਨਾਨਕ ਨਾਲ ਸੰਗਤ ਕੀਤੀ ਆ, ਠੀਕ ਹੈ ਜੀ। ਉਹਨਾਂ ਨੇ ਸਾਂਝੀ ਵਾਰਤਾ ਦਾ ਸਾਰਿਆਂ ਨੂੰ ਸੰਦੇਸ਼ ਦਿੱਤਾ ਆ, ਬਹੁਤ ਸੋਹਣੀ ਗੱਲਬਾਤ ਆ। ਜਦੋਂ ਅਕਸਰ ਸਾਡੇ ਕੋਲ ਈਦ ਆ, ਸਾਰੇ ਯਾਰ ਦੋਸਤ ਸਾਡੇ ਇੱਕ ਦੂਜੇ ਦੇ ਆਉਂਦੇ ਜਾਂਦੇ ਆ, ਅਸੀਂ ਉਹਨਾਂ ਦੇ ਜਾਂਦੇ ਆਉਂਦੇ ਆ। ਇਹ ਤਾਂ ਆਲਰੇਡੀ ਪਿੱਛੋਂ ਚੱਲਦਾ ਆਉਂਦਾ ਜੀ। ਮੈਂ ਜਿਵੇਂ ਪਹਿਲਾਂ ਗੱਲ ਚੱਲ ਰਹੀ ਸੀ, ਤੁਸੀਂ ਕਿਹਾ ਨਿਕਾਹ ਵਾਲੀ ਗੱਲ, ਸਰਦੂਲ ਸਿਕੰਦਰ ਸਾਹਿਬ ਦੀ ਜਦੋਂ ਮੌਤ ਹੁੰਦੀ ਹੈ ਤੇ ਉਹ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਵਾਸਤੇ ਪਹਿਲੀ ਵਾਰੀ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਕਬਰ ਦੇ ਵਿੱਚ ਖਾਨ ਸਾਹਿਬ ਉਹਦੇ ਅੰਦਰ ਬੈਠੇ ਰਹੇ, ਔਰ ਉਹ ਸਾਰਾ ਉਹ ਚੀਜ਼ਾਂ ਬਹੁਤ ਪਹਿਲੀ ਵਾਰੀ ਦੇਖੀਆਂ। ਵਕਫ ਬੋਰਡ ਨੂੰ ਲੈ ਕੇ ਮੈਂ ਦੁਬਾਰਾ ਥੋੜਾ ਜਿਹਾ ਚਾਹੁੰਦਾ ਕਿ ਥੋੜਾ ਡਿਸਕਸ ਕੀਤਾ ਜਾਵੇ ਕਿ ਪ੍ਰੋਬਲਮਸ ਕਿੱਥੇ ਖੜੀਆਂ ਨੇ ਔਰ ਇਹਦਾ ਸੋਲੂਸ਼ਨ ਤੁਹਾਨੂੰ ਕੀ ਲੱਗਦਾ ਹੈ ਜੀ? ਇਹਦਾ ਸੋਲੂਸ਼ਨ, ਪ੍ਰੋਬਲਮ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ, ਲੇਕਿਨ ਉਹਦਾ ਹੱਲ ਇੱਕ ਆ ਵੀ ਜਦੋਂ ਵੀ ਕੋਈ ਪੰਜਾਬ ਦੀ ਗੌਰਮੈਂਟ ਜਿਹੜੀ ਵੀ ਆਉਂਦੀ ਆ, ਉਹ ਪੰਜਾਬੀਆਂ ਨੂੰ ਪਹਿਲ ਦੇਣ ਔਰ ਬਹੁਤਾਤ ਵਿੱਚ ਪੰਜਾਬੀ ਲੋਕਾਂ ਨੂੰ ਵਿੱਚ ਰੱਖਿਆ ਜਾਵੇ, ਮੌਜੂਦਾ ਇਨਕਲੂਡਿੰਗ ਚੇਅਰਮੈਨ। ਉਹਦੇ ਨਾਲ ਕੀ ਹੋਏਗਾ, ਬਹੁਤ ਸਾਰੀਆਂ ਤੁਸੀਂ ਦੇਖਿਆ ਹੋਊਗਾ ਮੱਕੜ ਸਾਹਿਬ, ਤੁਹਾਡੇ ਵੀ ਧਿਆਨ ਵਿੱਚ ਆਏ ਹੋਣਗੇ, ਕੁਛ ਇਸ਼ੂ ਇੱਦਾਂ ਨੇ ਕੋਈ ਸਮਾਜਿਕ ਪੱਧਰ ਤੇ ਬਣ ਜਾਂਦੇ ਜ਼ਮੀਨਾਂ ਨੂੰ ਲੈ ਕੇ। ਜੇ ਇੱਕ ਪੰਜਾਬੀ ਮੂਲ ਦਾ ਬੰਦਾ ਉਸ ਚੇਅਰ ਤੇ ਬੈਠਾ ਹੋਊਗਾ, ਉਹ ਆਪਣੀ ਸਮਾਜਿਕ ਸੋਚ ਸਮਝ ਨਾਲ ਉਹ ਹੱਲ ਕਰਾ ਸਕਦਾ, ਉਹ ਕਮਿਊਨਿਟੀ 'ਚ ਕਲੈਸ਼ ਨਹੀਂ ਹੋਊਗਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਆਫ ਦਾ ਰਿਕਾਰਡ ਬਠਿੰਡੇ ਦੀ ਮਿਸਾਲ ਦੇ ਰਿਹਾ ਸੀ ਕਿ ਗੁਰੂ ਘਰ ਹੈ, ਮੰਦਿਰ ਹੈ, ਨਾਲ ਸਕੂਲ ਹੈ ਔਰ ਵਿਚਾਲੇ ਵਕਫ ਬੋਰਡ ਦੀ ਜ਼ਮੀਨ ਹੈ, ਪਰ ਉਹ ਚਾਰ ਦੀਵਾਰੀ ਕਰਨਾ ਚਾਹੁੰਦੇ ਆ। ਤਾਂ ਜੇ ਇੱਥੇ ਪੰਜਾਬੀ ਬੰਦਾ ਹੋਵੇ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਬਿਹਤਰ ਸਮਝ ਪਾਊਗਾ। ਹੁਣ ਪਿੰਡਾਂ ਦੇ ਵਿੱਚ ਤੁਸੀਂ ਜ਼ਿਆਦਾਤਰ ਦੇਖੋ ਭਾਜੀ, ਕਈ ਪਿੰਡਾਂ ਦੇ ਵਿੱਚ ਨਾ ਮੁਸਲਿਮ ਕਬਰਿਸਤਾਨ ਨਹੀਂ ਹੈਗੇ। ਉਹ ਕਬਰਿਸਤਾਨ ਨੂੰ ਲੈ ਕੇ ਜਦੋਂ ਵਕਫ ਬੋਰਡ ਤੱਕ ਪਹੁੰਚ ਕੀਤੀ ਜਾਂਦੀ ਹੈ, ਜੇ ਤਾਂ ਉੱਥੇ ਬੰਦਾ ਕੋਈ ਪੰਜਾਬੀ ਮੂਲ ਦਾ ਬੈਠਾ ਹੋਵੇ, ਉਹ ਸਮਝਦਾ ਪ੍ਰੋਬਲਮ ਹੈ, ਉਹਦਾ ਹੱਲ ਕਰਦੇ, ਉਹਦਾ ਹੱਲ ਚਿਰਸਥਾਈ ਨਹੀਂ ਹੁੰਦਾ। ਫਿਰ ਪਿੰਡਾਂ ਦੇ ਲੋਕੀ ਆਪ ਕਬਰਾਂ ਲਈ ਥਾਂ ਦੇ ਦਿੰਦੇ ਆ। ਅੱਛਾ, ਜਦ ਦੂਸਰੇ ਬੰਦੇ ਸਾਡੇ ਬੰਦਿਆਂ ਨੂੰ ਥਾਂ ਦੇ ਸਕਦੇ ਆ, ਤਾਂ ਕਿ ਸਾਡੇ ਬੰਦਿਆਂ ਦੀ ਸੋਚ ਨਹੀਂ ਬਣਦੀ ਯਾਰ ਅਸੀਂ ਵੀ ਉਹ ਕਰੀਏ। ਜਿਵੇਂ ਸਰਦੂਲ ਸਾਹਿਬ ਦੀ ਵੀ ਐਗਜ਼ਾਮਪਲ ਹੈ, ਤੁਸੀਂ ਦੇਖੋ, ਹਾਂ ਮਿਸਾਲ ਹੈ ਤੁਹਾਡੇ ਸਾਹਮਣੇ ਮਿਸਾਲ ਆ ਕਿ ਇਹ ਕੋਈ ਸਾਂਝਾ ਜਿਹੜੀਆਂ ਉਹੀ ਹੈ ਜਿਹੜਾ ਪੰਜਾਬੀ ਮੂਲ ਦੇ ਬੰਦੇ ਦਾ ਅਧਿਕਾਰ ਆਉਣਗੇ ਤਦੇ ਲਾਗੂ ਕਰ ਸਕਦੇ ਨਹੀਂ। ਪਰ ਇਹ ਕਬਰਸਤਾਨ ਦੀ ਜਿਵੇਂ ਗੱਲ ਕਰ ਰਹੇ ਆ, ਤਾਂ ਕੀ ਇਹ ਵਕਫ ਬੋਰਡ ਨੇ ਦੇਣੀ ਹੁੰਦੀ ਹੈ ਜ਼ਮੀਨ, ਜਾਂ ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਵੀ ਪ੍ਰੋਵਾਈਡ ਕਰਾਉਂਦੀ ਹੈ? ਤਰਾਸਦੀ ਰਹੀ ਆ ਵੀ ਅੱਜ ਵੀ ਸਾਡਾ ਸਮਾਜ ਦੁਨੀਆ ਚੰਦਰਮਾ ਦੀ ਗੱਲ ਕਰਦੇ ਤੇ ਅਸੀਂ ਇੱਥੇ ਕਬਰਾਂ ਹੀ ਮੰਗੀ ਜਾਂਦੇ ਹਾਂ, ਬਹੁਤ ਕਮਾਲ ਗੱਲ ਤੁਸੀਂ ਕਹੀ ਹੈ। ਠੀਕ ਆ, ਤੇ ਇਹ ਤਰਾਸਦੀ ਆ ਵੀ ਸਾਡੇ ਜਿਹੜੇ ਰਹਿਬਰ ਬਣ ਕੇ ਆਏ ਆ ਪੋਲੀਟੀਕਲ ਬੰਦੇ, ਉਹ ਅੱਜ ਤੱਕ ਸਾਡੀ ਕੌਮ ਦੀ ਇਹ ਮੰਗ ਨੂੰ ਨਹੀਂ, ਮੈਂ ਕਹਿੰਦਾ ਸਭ ਤੋਂ ਪਹਿਲਾਂ ਮੰਗੇ ਪੂਰੀ, ਕਦੋਂ ਮਰ ਜਾਣਾ ਬੰਦੇ ਨੂੰ ਕੁਝ ਪਤਾ ਨਹੀਂ। ਬਿਲਕੁਲ ਠੀਕ। ਤੁਸੀਂ ਅੱਜ ਵੀ ਕੋਈ ਸਰਵੇ ਕਰਾ ਲਓ, ਤੁਹਾਨੂੰ ਕਈ ਪਿੰਡਾਂ 'ਚ ਤਾਂ ਗੁਲਾਮ ਨਹੀਂ। ਫਿਰ ਉਹ ਕਰਦੇ ਕੀ ਨੇ, ਜਿਵੇਂ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਹੈਗੇ ਕਬਰਿਸਤਾਨ, ਉਹ ਫਿਰ ਆਪਸੀ ਕੋਈ ਤਾਲਮੇਲ ਬਣਾ ਕੇ ਲੋਕਾਂ ਨਾਲ ਆਪਸੀ ਭਾਈਚਾਰਕ ਸਾਂਝ ਵਾਲੀ, ਮੈਂ ਉਹੀ ਗੱਲ। ਪਰ ਹਰੇਕ ਬੰਦਾ ਤਾਂ ਇੰਨਾ ਵੈਲ ਆਫ ਨਹੀਂ ਹੁੰਦਾ, ਕਈ ਪਰਿਵਾਰ ਵਿਚਾਰੇ ਐਸੇ ਹੋਣਗੇ ਜਿਨ੍ਹਾਂ ਦੀ ਕੋਈ ਸੁਣਦਾ ਹੀ ਨਹੀਂ ਹੋਣਾ। ਮੈਂ ਤੁਹਾਨੂੰ ਦੱਸਦਾ ਮੈਂ ਜੀ, ਮੇਰੇ ਦੇਖਣ 'ਚ ਆਇਆ, ਸਾਡੇ ਜਿੱਦਾਂ ਮੰਨ ਲਓ ਰਿਸ਼ਤੇਦਾਰੀਆਂ 'ਚ ਕਈ ਪਿੰਡਾਂ ਦੇ ਵਿੱਚ ਇੱਕ ਘਰ, ਮੰਨ ਲਓ ਇਸਲਾਮਿਕ ਇੱਕ ਘਰ ਹੈ। ਹੁਣ ਉਹਨਾਂ ਨੂੰ ਜਦੋਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਪੂਰਾ ਹੋ ਜਾਂਦਾ, ਜਿਹੜੇ ਜੱਟ ਬਰਾਦਰੀ ਦੇ ਜਿਹੜੇ ਸਿਵੇ ਜਿਹਨਾਂ ਨੂੰ ਆਪਾਂ ਕਹਿ ਲਈਏ, ਉੱਥੇ ਇੱਕ ਸਾਈਡ ਤੇ ਥੋੜਾ ਥਾਂ ਹੈ, ਇੱਥੇ ਦਫਨਾ ਲਓ। ਅੱਛਾ, ਮਤਲਬ ਕੋਈ ਪਾਰਟਿਕੂਲਰ ਜਗ੍ਹਾ ਨਹੀਂ ਜਿਹੜਾ ਕਿ ਹੋਣਾ ਚਾਹੀਦਾ। ਔਰ ਇਹ ਕਿੰਨੀ ਕੁ ਆਬਾਦੀ, ਜੇ ਐਸਟੀਮੇਟ, ਹਾਲਾਂਕਿ ਪੱਕੇ ਆਪਣੇ ਕੋਲੇ ਡਾਟਾ ਤਾਂ ਨਹੀਂ ਹੋਣਾ,
ਕੋਈ ਐਸਟੀਮੇਟ ਤੁਹਾਡਾ ਹੋਵੇ ਕਿ ਇੰਨੀ % ਆਬਾਦੀ ਹੈ ਜਾਂ ਇੰਨੇ ਲੋਕ ਨੇ ਉਹ ਸਫ਼ਰ ਕਰ ਰਹੇ ਹੈ? ਗੂਗਲ ਤੇ ਸਰਚ ਕਰਕੇ ਦੇਖਿਆ, ਉਹਦੇ ਵਿੱਚ 5-6 ਲੱਖ ਦੀ ਆਬਾਦੀ ਦਿਖਾਉਂਦੇ 6 ਲੱਖ ਦੀ ਆਬਾਦੀ ਹੈ, ਲੇਕਿਨ ਜ਼ਿਆਦਾ ਹੋਏਗੀ ਉਸ ਲਈ। ਅੱਛਾ, ਉਹਦੇ ਵਿੱਚ ਬਹੁਤ ਮਾਤਰਾ ਵਿੱਚ ਪੰਜਾਬੀ ਹੋਣਗੇ, ਜਿਹੜੀ ਗਿਣਤੀ ਵਿੱਚ ਜਿਹੜੀ ਵੋਟਰ ਲਿਸਟ ਵਿੱਚ ਵੋਟਿੰਗ ਲਿਸਟ ਆਉਂਦੀ ਆ ਉਹਦੇ ਵਿੱਚ ਕਿਉਂਕਿ ਪੰਜਾਬੀ ਜਦੀ ਉਹਦੀ ਕੋਈ ਵੋਟ ਕੱਟੇ ਨਹੀਂ ਸਕਦਾ। ਮੈਨੂੰ ਇਸ ਗੱਲ ਦਾ ਵੀ ਜਵਾਬ ਦਿਓ ਗੁਲਾਮ ਅਲੀ ਸਾਹਿਬ, ਜਿਹੜੇ ਬਾਹਰੋਂ ਮੁਸਲਮਾਨ ਭਰਾ ਆਏ, ਖਾਸ ਤੌਰ ਤੇ ਜਿਵੇਂ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਵਸਦੇ ਹੈ, ਜੋ ਫੈਕਟਰੀਆਂ 'ਚ ਕੰਮ ਕਰਦੇ ਹੈ, ਉਹਨਾਂ ਦਾ ਪੰਜਾਬ ਦੇ ਜਿਹੜੇ ਮੂਲ ਨਿਵਾਸੀ ਮੁਸਲਮਾਨ ਨੇ ਉਹ ਆਪਸ 'ਚ ਵਿਤਕਰਾ ਹੈ ਜਾਂ ਉਹ ਮੇਲ ਜੋਲ 'ਚ ਰੱਖਦੇ? ਇਹ ਬਹੁਤ ਪ੍ਰੈਕਟੀਕਲ ਗੱਲ ਕਰਿਓ ਤੁਸੀਂ। ਨਹੀਂ ਹੈਗਾ, ਬਿਲਕੁਲ ਵੀ ਹੈ ਨਹੀਂ। ਉਹ ਪੰਜਾਬੀ ਮੁਸਲਮਾਨ ਨੂੰ ਭਾਈ ਮੁਸਲਮਾਨ ਸਮਝਦੇ ਨਹੀਂ ਹੈਗੇ, ਉਹ ਮੁਸਲਮਾਨ ਹੀ ਨਹੀਂ ਸਮਝਦੇ। ਲੋਕਾਂ ਜੀ ਨੇ ਇੱਕ ਮਿਸਾਲ ਦਿੱਤੀ ਵੀ ਹਾਂ ਕਿ ਇਹਨਾਂ ਨੂੰ ਵੀ ਨਹੀਂ ਸਮਝ। ਹਾਂ, ਕਿਉਂਕਿ ਉਹ ਬੰਦਾ ਮੋਰੇ ਪੰਜਾਬੀ ਨਹੀਂ ਸੀ। ਜੇ ਉਹ ਬੰਦਾ ਸੀਟ ਤੇ ਪੰਜਾਬੀ ਹੁੰਦਾ, ਉਹਨੂੰ ਪਤਾ ਵੀ ਸਾਡੇ ਘਰੇ ਵੀ ਰਹਿਣਾ ਚਾਹਣਾ ਇਦਾਂ ਹੀ ਆ। ਉਹਨਾਂ ਦਾ ਰਹਿਣ ਸਹਿਣ, ਹੁਣ ਭਾਜੀ ਤੁਸੀਂ ਯੂਪੀ ਦੇ ਪਿੰਡਾਂ 'ਚ ਚਲ ਜਾਓ ਜਾਂ ਯੂਪੀ ਦੇ ਸ਼ਹਿਰਾਂ 'ਚ ਚਲ ਜਾਓ, ਜਿਹੜੇ ਮੁਸਲਮਾਨ ਸ਼ਹਿਰ ਆ, ਤੁਹਾਨੂੰ ਉੱਥੇ ਕੋਈ ਬੰਦਾ ਖਾਸ ਪਹਿਰਾਵੇ ਤੋਂ ਬਿਨਾਂ ਮਿਲਣਾ ਹੀ ਨਹੀਂ। ਆਪਾਂ ਉੱਥੇ ਜਾਂਦੇ, ਆਪਾਂ ਦੂਰੋਂ ਪਤਾ ਹੈ ਮੁਸਲਿਮ ਆਬਾਦੀ ਹੈ, ਸ਼ੁਰੂ ਹੋ ਗਿਆ ਮੁਸਲਿਮ ਏਰੀਆ, ਕਿਉਂਕਿ ਉਹ ਸਿਰਫ ਪੁਸ਼ਾਕ ਤੋਂ ਹੀ ਪਛਾਣ ਹੋ ਜਾਂਦੀ। ਪਰ ਇਹ ਕੀ ਮਾਨਸਿਕਤਾ ਹੈ? ਇਹ ਕਿੱਥੋਂ ਡਰਾਈਵ ਹੋ ਰਹੀ ਹੈ? ਕੌਣ ਚਲਾ ਰਿਹਾ ਹੈ ਇਸ ਮਾਨਸਿਕਤਾ ਨੂੰ ਕਿ ਜੇ ਐਂ ਚੱਲੋਗੇ ਤਾਂ ਤੁਸੀਂ ਮੁਸਲਮਾਨ ਹੋ? ਇਹ ਪੰਜਾਬ ਤੋਂ ਬਾਹਰ ਜਿਹੜਾ ਭਾਜੀ ਪ੍ਰਚਾਰ ਹੋ ਰਿਹਾ, ਕਿੱਦਾਂ ਦਾ ਹੋ ਰਿਹਾ ਸਾਨੂੰ ਪਤਾ ਨਹੀਂ ਪਤਾ। ਜਿਹੜਾ ਪੰਜਾਬ ਦੇ ਵਿੱਚ ਪ੍ਰਚਾਰ ਆ ਉਹ ਸਾਡਾ ਤਾਂ ਮਿਲ ਵਰਤਣ ਵਾਲਾ ਹੀ ਸ਼ੁਰੂ ਤੋਂ ਐਡੇ ਹੋ ਗਏ। ਸਾਡੇ ਫਾਦਰ ਸਾਹਿਬ ਵੀ ਉਹਨਾਂ ਦੇ ਫਾਦਰ ਸਾਹਿਬ ਵੀ ਰਹੇ ਆ, ਉਹ ਮਿਲ ਵਰਤਣ ਨਾਲੇ ਰਹੇ ਅਕਸਰ। ਔਰ ਅਸੀਂ ਉਹੀ ਗੱਲ ਅੱਗੇ ਲੈ ਕੇ ਆ ਰਹੇ ਹਾਂ ਵੀ ਹੁਣ ਦੇ ਸਮਾਜ ਦੀਆਂ ਜਿਹੜੀਆਂ ਲੋੜਾਂ, ਪਹਿਲੇ ਸਮਾਜ 'ਚ ਭਾਜੀ ਰੋਟੀ, ਕੱਪੜਾ ਤੇ ਮਕਾਨ, ਇਹ ਖਾਸ ਜਿਹੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਪੂਰੀਆਂ ਕਰਨ 'ਚ ਹੀ ਟਾਈਮ ਲੱਗ ਗਿਆ। ਗਰੀਬੀ ਸੀ ਨਾ ਪਰਿਵਾਰਾਂ ਦੇ ਵਿੱਚ, ਘੱਟ ਗਿਣਤੀ ਹੋਣ ਕਰਕੇ ਜਾਂ ਕਹਿ ਲਓ ਜਾਂ ਸੋਰਸਿਸ ਨਹੀਂ ਸੀ ਪੂਰੇ। ਅੱਜ ਸਾਡੇ ਬੰਦੇ ਦੁਆਬੇ 'ਚ ਖਾਸ ਤੌਰ ਤੇ ਬੜਾ ਅੱਛਾ ਮਾਹੌਲ ਚੱਲ ਰਿਹਾ, ਤੇ ਗਿਣਤੀ ਜਿਹੜੀ ਜ਼ਿਆਦਾ ਮਾਲਵੇ 'ਚ ਹੈ। ਜੇ ਤੁਸੀਂ ਲੁਧਿਆਣੇ ਤੋਂ ਮਲੇਰਕੋਟਲਾ ਸਾਈਡ, ਅੱਛਾ, ਵੈਲ ਆਫ ਜਿਹੜੇ ਨੇ ਉਹ ਦੁਆਬੇ 'ਚ ਨੇ। ਇਕਨੋਮਿਕਲੀ ਵੀ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਕੋਈ ਕਮਿਊਨਿਟੀ ਇਕਨੋਮਿਕਲੀ ਕਿੰਨੀ ਵੈਲ ਆਫ ਹੈ। NRI ਬੈਲਟ ਹੈ, ਔਰ ਬਹੁਤ ਸਾਰੇ ਮੁਸਲਮਾਨ ਭਰਾ ਪੰਜਾਬ ਵਾਲੇ NRI ਨੇ, ਬਾਹਰ ਗਏ ਬਹੁਤ ਸਾਰੇ। ਭਾਜੀ ਤੁਸੀਂ ਖਾਸ ਤੌਰ ਤੇ ਜੇ ਮੋਟਾ ਹਿਸਾਬ ਲਾਉਣਾ ਨਾ, ਤੁਸੀਂ ਆਰਟਿਸਟ ਚੱਕ ਕੇ ਦੇਖ ਲਓ ਪੰਜਾਬ ਦੇ। ਆਰਟਿਸਟਾਂ ਦੇ ਵਿੱਚ ਜਿਹੜੇ ਹਾਈ ਪ੍ਰੋਫਾਈਲ ਆਰਟਿਸਟ ਹੈ ਉਹ ਜੇ 80% ਮੁਸਲਿਮ ਹੋਣੇ, ਚਾਹੇ ਆਪਾਂ ਮੋਟੀ ਨਜ਼ਰ ਕੁਲਦੀਪ ਮਾਨਕ ਸਾਹਿਬ ਤੋਂ ਸ਼ੁਰੂ ਕਰ ਲਓ। ਹਾਂ, ਮੁਹੰਮਦ ਸਦੀਕ ਸਾਹਿਬ ਨੇ MP ਬਣੇ। ਦੇਖੋ ਤੁਸੀਂ, ਪੋਲੀਟੀਕਲੀ ਅਵੇਅਰ ਹੋਣਾ ਵੀ ਬੜਾ ਲਾਜ਼ਮੀ ਹੁੰਦਾ। ਇਹ ਬੰਦੇ ਅੱਜ ਵੈਲ ਮਤਲਬ ਸੈਟਲਡ ਨੇ। ਔਰ ਜੇ ਇਹਨਾਂ ਦਾ ਆਪਾਂ ਪਰਿਵਾਰਿਕ ਪਿਛੋਕੜ ਦੇਖੀਏ, ਕੋਈ ਲੁਧਿਆਣੇ ਨੂੰ ਬਿਲੋਂਗ ਕਰਦਾ, ਕੋਈ ਦੁਆਬੇ ਨੂੰ, ਕੋਈ ਇੱਧਰ ਉੱਧਰ, ਜੇ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸਾਂਭ ਲੈਣ ਨਾ ਇਸ ਸੋਚ ਨੂੰ, ਤਾਂ ਵੀ ਬੜਾ ਬਦਲਾਅ ਆ। ਪਰ ਕੀ ਇਕਨੋਮਿਕਲੀ ਵੀ ਸੈਟਬੈਕ ਹੈਗਾ? ਜਿਹੜਾ ਮਾਲਵੇ ਦੀ ਤੁਸੀਂ ਗੱਲ ਕਰ ਰਹੇ ਹੋ, ਮਲੇਰਕੋਟਲੇ ਨੂੰ ਮੈਂ ਛੱਡ ਦਿਆਂ, ਇਕੱਲੇ ਨੂੰ ਪਾਸੇ ਕਰ ਦਿਆਂ, ਤਾਂ ਬਾਕੀ ਪੰਜਾਬ ਦੇ ਮਾਲਵੇ 'ਚ ਖਾਸ ਤੌਰ ਤੇ ਜਿੱਥੇ ਪਿੰਡਾਂ 'ਚ ਵਸੇ ਹੋਏ ਮੁਸਲਮਾਨ ਨੇ, ਉਹਨਾਂ ਦੇ ਰੋਜ਼ਗਾਰ ਦੇ ਮਾਧਿਅਮ ਤੋਂ ਵੀ ਉਸ ਪੱਖੋਂ ਵੀ ਤੰਗੀ ਹੈਗੀ ਹੈ ਉਹਨਾਂ ਨੂੰ। ਨਹੀਂ, ਹੁਣ ਕਾਫੀ ਡਿਵੈਲਪ ਵਿੱਚ ਲਾਂਚ ਕੀਤਾ ਗਿਆ ਸੀ। ਰਿਪੀਟ, ਇਹ ਸਾਲ ਕਿਉਂਕਿ ਤੁਸੀਂ ਇੱਧਰ ਰੋਪੜ ਸਾਈਡ ਆਓ, ਲਾਂਚ ਕੀਤੀ ਗਈ ਸੀ। ਹੁਣ 27 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਨੇ ਫੈਸਲਾ ਲੈ ਲਿਆ ਹੈ ਕਿ ਇਹ ਦੋਵੇਂ ਅਲੱਗ ਹੋ ਜਾਣਗੇ ਅਤੇ ਇੱਕ ਦੂਜੇ ਪੋਲੀਟੀਕਲੀ ਅਵੇਅਰ ਵੀ ਨੇ। ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਰਿਪੀਟ, ਜਿਸ ਤੋਂ ਬਾਅਦ ਇਹ ਖਬਰ ਹਰ ਇੱਕ ਅਖਬਾਰ ਦੇ ਇਹ ਹੁਣ ਤੰਜ਼ ਵਕਫ ਬੋਰਡ ਤੇ ਲੱਗ ਗਿਆ, ਇਹ ਤਵਾ ਉੱਥੇ ਲੱਗ ਗਿਆ ਵੀ ਉਹ ਨੋਮੀਨੇਟ ਹੋ ਕੇ ਆਉਂਦੇ ਨਾ, ਤਾਂ ਹੀ ਸੁਰਖੀਆਂ ਬਣੀ ਹੋਈ ਹੈ। ਮੇਰੇ ਮਾਮਾ ਜੀ ਉਹ ਜੋ ਦਾਦਰ ਘਰ ਵਾ, ਤੇ ਬਾਕੀ ਸਦੀਕ ਸਾਹਿਬ ਐਗਜ਼ਾਮਪਲ ਨੇ। ਹਲਕਿਆਂ ਚੋਂ ਚੁਣ ਕੇ ਆਉਣਾ ਔਰ ਮੈਂਬਰ ਪਾਰਲੀਮੈਂਟ ਬਣਨਾ ਕੋਈ ਛੋਟੀ ਗੱਲ ਨਹੀਂ ਹੈ। ਤੁਸੀਂ ਕੁਝ ਕਹਿ ਰਹੇ ਸੀ, ਤੁਸੀਂ ਕੰਪਲੀਟ। ਮੈਂ ਇੱਕ ਨਾ, ਅਸੀਂ ਪਿਛਲੇ ਦਿਨ ਮੈਂ ਤੇ ਜੋਤੀ ਭਾਜੀ ਅਸੀਂ ਕੋਸ਼ਿਸ਼ ਕੀਤੀ ਬਾਬਾ ਮਰਦਾਨਾ ਜੀ ਦਾ ਦਿਨ ਮਨਾਇਆ ਜਾਵੇ, ਕਿਉਂਕਿ ਬਾਬਾ ਮਰਦਾਨਾ ਜੀ ਐਡੀ ਵੱਡੀ ਹਸਤੀ ਆ। ਖਾਸ ਤੌਰ ਤੇ ਭਾਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਕਲੀਅਰ ਕਰ ਦਵਾਂ, ਪੰਜਾਬ ਦੇ ਜਿਹੜੇ ਬੇਸਿਕਲੀ ਜ਼ਿਆਦਾਤਰ ਮੁਸਲਿਮਾਂ ਦੀ ਜਿਹੜੀ ਬਹੁਤਾਤ ਹੈ ਨਾ, ਉਹ ਮੀਰ ਆਲਮ ਭਾਈਚਾਰੇ ਦੀ ਹੈ। ਮੀਰ ਆਲਮ ਖਾਸ ਤੌਰ ਤੇ ਆਪਾਂ ਕਹਿ ਲਈਏ, ਉਹਨਾਂ ਨੂੰ ਲੋਕਾਂ ਨੂੰ ਕਲੀਅਰ ਹੀ ਨਹੀਂ ਹੈਗਾ ਇਹ ਕਮਿਊਨਿਟੀ ਕਿਹੜੀ ਹੈ। ਬਾਬੇ ਮਰਦਾਨੇ ਨੂੰ ਜਿੱਦਾਂ ਕਿਤਾਬਾਂ ਵਿੱਚ ਲਿਖ ਕੇ ਆ ਗਿਆ, ਉਸੇ ਤਰੀਕੇ ਨਾਲ ਸਾਰਿਆਂ ਨੇ ਅਪਰੂਵ ਕਰ ਲਿਆ। ਬਾਬਾ ਮਰਦਾਨਾ ਜੀ ਦਾ ਦਿਨ ਮਨਾਉਣ ਲਈ ਅਸੀਂ ਲੁਧਿਆਣੇ ਜ਼ਿਲ੍ਹੇ ਦੇ ਸਾਡੇ ਕੁਝ ਦੋਸਤ ਉਹਨਾਂ ਨਾਲ ਸੰਪਰਕ ਕੀਤਾ ਜੀ। ਉੱਥੇ ਉਹਨਾਂ ਨੇ ਸਾਡੀ ਇੱਕ ਮੀਟਿੰਗ ਰੱਖ ਲਈ, ਕਹਿੰਦੇ ਵੀ ਤੁਸੀਂ ਇੱਧਰੋਂ ਆ ਜਾਓ, ਅਸੀਂ ਇੱਧਰੋਂ ਆ ਜਾਓ। ਅਸੀਂ 2 ਜਾਣੇ ਇੱਧਰੋਂ ਗਏ, ਉਹਨਾਂ ਦੇ ਜਿਹੜੇ 5-7-10 ਬੰਦੇ ਬੁਲਾਏ ਨਾ, ਜਦੋਂ ਉਹਨਾਂ ਨਾਲ ਸਾਡੀ ਇਸ ਤਰ੍ਹਾਂ ਬਹਿ ਕੇ ਵਿਚਾਰ ਚਰਚਾ ਹੋਈ, ਭਾਜੀ ਉਹਨਾਂ ਲੋਕਾਂ ਨੇ ਸਾਨੂੰ ਇੱਕ ਗੱਲ ਦਾ ਜਵਾਬ ਦਿੱਤਾ ਵੀ ਤੁਸੀਂ ਦੁਆਬੇ ਵਾਲੇ ਆ, ਤੁਹਾਡੇ ਕੋਲ 4 ਪੈਸੇ ਹੋ ਸਕਦੇ ਆ, ਤੁਸੀਂ ਜ਼ੋਰ ਲਾ ਸਕਦੇ, ਸਾਡੇ ਕੋਲ ਨਹੀਂ। ਅੱਛਾ, ਜਦ ਕਿ ਇੱਕ ਪਿੰਡ ਦੇ ਵਿੱਚ ਭਾਜੀ 250-250 300 ਵੋਟ ਆ। ਕਈਆਂ ਪਿੰਡਾਂ ਜਦ ਭਾਈ ਪੂਰੇ ਪਿੰਡ ਹੀ ਵਸੇ ਹੋਏ ਆ, ਪੂਰਾ ਪਿੰਡ ਵਸਿਆ ਦੁਆਬੇ 'ਚ ਜਾਂ ਮਾਲਵੇ 'ਚ ਵਸਿਆ। ਲੁਧਿਆਣੇ ਤੋਂ ਜਦੋਂ ਆਪਾਂ ਇੱਧਰ ਨੂੰ ਆਉਂਦੇ ਆ, ਉਦੋਂ ਅਸੀਂ ਹਿਸਾਬ ਲਾਇਆ, ਫਿਰ ਉਹ ਬੰਦੇ ਸਾਡੇ ਆਉਂਦੇ ਨੇ, ਉਹਨਾਂ ਨੂੰ ਸਾਡੀ ਗੱਲ ਨਹੀਂ ਸਮਝ ਲੱਗਦੀ।
ਵੀ ਕਿਹੜਾ ਮਸਲਾ ਲੈ ਕੇ ਆ ਗਏ ਇਹ। ਸਿਰਫ ਰੋਜ਼ੀ ਰੋਟੀ ਦਾ ਹਾਲੇ ਵੀ ਮਸਲਾ ਬਣਿਆ ਹੋਇਆ। ਗਰੀਬੀ ਜਿਹੜੀ ਨਾ ਪਰਿਵਾਰਾਂ ਦੇ ਵਿੱਚੋਂ, ਐਜੂਕੇਸ਼ਨ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ। ਜੇ ਹੁਣ ਮੈਂ ਇੱਕ ਹੋਰ ਇੱਥੇ ਐਗਜ਼ਾਮਪਲ ਦੇਣੀ ਚਾਹੁੰਦਾ। ਕਨਵਰਜਨ ਵੀ ਹੋ ਰਹੀ ਹੈ, ਮੈਂ ਤੁਸੀਂ ਐਗਜ਼ਾਮਪਲ ਦਿਓ ਜੀ, ਕੀ ਮੁਸਲਮਾਨ ਦੀ ਕਨਵਰਜਨ ਵੀ ਹੋਈ ਹੈ ਕਿਸੇ ਹੋਰ ਧਰਮ ਦੇ ਵਿੱਚ? ਨਹੀਂ, ਮੁਸਲਮਾਨ ਦੀ ਨਹੀਂ ਹੋਈ। ਨਹੀਂ ਹੋ ਰਹੀ ਜੀ। ਇੱਕ ਮੈਂ ਤੁਹਾਨੂੰ ਦੱਸਦਾ ਭਾਜੀ, ਹੁਣ ਪੰਜਾਬ ਵਕਫ ਬੋਰਡ ਦੇ ਕੁਝ ਅਦਾਰੇ ਚੱਲਦੇ ਆ, ਉਹਨਾਂ ਵਿੱਚ ਸਕੂਲ, ਕਾਲਜ, ਹਸਪੀਟਲ, ਉਹ ਸਾਰੇ ਚੱਲਦੇ। ਮੈਂ ਜਦੋਂ ਆਪਾਂ ਨੈਟ ਤੇ ਸਰਚ ਮਾਰੀਏ ਨਾ ਉਹਨਾਂ ਦੇ ਅਦਾਰਿਆਂ ਦੀ, ਉਹ ਸਿਰਫ ਤੇ ਸਿਰਫ ਲੁਧਿਆਣੇ ਡਿਸਟ੍ਰਿਕਟ 'ਚ ਹੈ। ਅੱਛਾ, ਮਲੇਰਕੋਟਲਾ ਕੀ ਦੂਸਰੀਆਂ, ਕਿਉਂਕਿ ਉੱਥੋਂ ਪਲਾਇਨ ਕਰਕੇ ਬਾਹਰ ਦਾ ਮੁਸਲਮਾਨ ਆਇਆ, ਇਹ ਵੀ ਰੀਜ਼ਨ ਹੋ ਸਕਦਾ ਹੈ। ਇਹਦੇ ਵਿੱਚ ਚਲੋ ਡਿਸਕਸ ਦਾ ਜੋ ਖਾਨ ਜੀ ਨੇ ਦੱਸਿਆ, ਬਿਲਕੁਲ। ਤੇ ਮੈਂ ਤਾਂ ਗੱਲ ਨਹੀਂ, ਹਾਂ, ਠੀਕ ਹੈ। ਮੈਨੂੰ ਕੋਈ ਪਛਾਣ ਪੱਤਰ ਦਿਖਾਉਣ ਦੀ ਲੋੜ ਨਹੀਂ ਹੈਗੀ, ਜਾਂ ਮੈਨੂੰ ਟੋਪੀ ਪਾਉਣ ਦੀ ਲੋੜ ਨਹੀਂ, ਜਾਂ ਖਾਸ ਕੁੜਤੇ ਪਾਉਣ ਦੀ ਲੋੜ ਨਹੀਂ, ਜਾਂ ਦਾੜੀ ਵਧਾ ਕੇ ਮੁੱਛਾਂ ਕਟਾਉਣ ਦੀ ਲੋੜ ਨਹੀਂ ਹੈ। ਕਲੌਥ ਇਜ਼ ਨਾਟ ਡੈਜੀਗ੍ਰੇਸ਼ਨ ਆਫ ਮੈਨ। ਹਾਂ, ਬੰਦੇ ਦੀ ਪਹਿਚਾਣ ਬਹੁਤ ਕਮਾਲ ਗੱਲ, ਬਹੁਤ ਕਮਾਲ ਗੱਲ। ਤੇ ਅਸੀਂ ਉਹ ਵਿਚਾਰਾਂ ਨੂੰ ਲੈ ਕੇ ਤੁਰ ਰਹੇ ਹਾਂ। ਬਹੁਤ ਖੂਬਸੂਰਤ ਗੱਲ ਇਹਨਾਂ ਨੇ ਕੀਤੀ ਹੈ। ਆਖਰੀ ਮੇਰਾ ਸਵਾਲ ਹੈ ਕਿ ਜਿਹੜਾ ਪੰਜਾਬ ਦਾ ਮੁਸਲਮਾਨ, ਜਿਹੜੀ ਹੁਣ ਪਹਿਰਾਵੇ ਦੀ ਵੀ ਜਿਵੇਂ ਮੈਂ ਗੱਲ ਕੀਤੀ ਹੈ, ਕੀ ਉਹ ਆਜ਼ਾਦੀ ਤੋਂ ਬਾਅਦ ਉਹ ਇਸ ਤਰੀਕੇ ਨਾਲ ਘੁਲਿਆ ਮਿਲਿਆ ਤੇ ਉਹਨੇ ਆਪਣੇ ਆਪ 'ਚ ਤਬਦੀਲੀ ਲਿਆਂਦੀ, ਜਾਂ ਪਹਿਲਾਂ ਵੀ ਇਸ ਤਰ੍ਹਾਂ ਹੀ ਰਹਿੰਦਾ ਸੀ? ਭਾਜੀ ਮੈਂ ਜਿੰਨਾ ਮੈਂ ਮੰਨ ਲਓ ਮੈਂ ਛੋਟਾ, ਮੈਂ ਜਿੰਨਾ ਕੁ ਮੈਂ ਪੜ੍ਹਿਆ ਇਸਲਾਮ ਨੂੰ, ਉਹਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਹੈ ਜ਼ਿਕਰ। ਤੇ ਸਲੀਮ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਨੂੰ। ਲੇਕਿਨ ਕੋਈ ਕੋਡ ਨਹੀਂ ਹੈਗੇ ਤੁਸੀਂ ਕਹਿ ਰਹੇ ਹੋ? ਲੇਕਿਨ ਅਸੀਂ ਮੱਕੜ ਸਾਹਿਬ ਰਵੇ ਤਾਂ ਕਿ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਕਿ ਅਰਬੀ ਭਾਵੇਂ ਸਤਿਕਾਰਤ ਹੈ, ਪਰ ਉਹ ਤੁਹਾਡੀ ਮਾਂ ਬੋਲੀ ਨਹੀਂ ਹੈ। ਹਾਂ, ਸਾਡੀ ਪੰਜਾਬੀ ਭਾਸ਼ਾ ਤਾਂ ਤੁਹਾਡੀ ਪਹਿਲੀ ਮੁਹੱਬਤ ਤੁਹਾਡੀ ਮਾਂ ਬੋਲੀ ਪੰਜਾਬੀ ਹੈ। ਇਹਦੀ ਪਹਿਚਾਣ ਪੀਸ ਲਈ ਕੰਮ ਕੀਤਾ। ਬਹੁਤ ਪੁਜਾਰੀ ਵਰਗ ਤੇ ਬੜੇ ਸਵਾਲ ਹੁੰਦੇ, ਕੀ ਜਿਹੜਾ ਇਸਲਾਮ ਦਾ ਉਹ ਪੁਜਾਰੀ ਵਰਗ ਹੈ ਜਿਹਦੀ ਅਸੀਂ ਪਹਿਲਾਂ ਵੀ ਚਰਚਾ ਕਰ ਰਹੇ ਸੀ, ਕੀ ਉਹ ਬਰਦਾਸ਼ਤ ਕਰਦਾ ਵੀ ਤੁਸੀਂ ਇਹ ਗੱਲ ਕਹੋ ਨਹੀਂ ਪੰਜਾਬੀ ਮੇਰੀ ਮਾਂ ਬੋਲੀ ਹੈ, ਮੈਂ ਤਾਂ ਪੰਜਾਬੀ ਨੂੰ ਪਿਆਰ ਕਰਦਾ, ਅਰਬੀ ਸਤਿਕਾਰਤ ਹੋ ਸਕਦੀ ਹੈ ਪਰ ਉਹ ਮੇਰੀ ਮਾਂ ਬੋਲੀ ਨਹੀਂ ਹੈ? ਦੇਖੋ, ਇਹ ਬੰਦੇ ਦੀ ਆਪਣੀ ਸਮਝ ਚਾਹੀਦੀ ਹੈ। ਤੁਸੀਂ ਮੈਂ ਚਾਹੁੰਦਾ ਆਪਣੇ ਜੇ ਧਰਮ ਗੁਰੂਆਂ ਨੂੰ ਜਾ ਕੇ ਕੁਐਸਚਨ ਕਰੋਗੇ ਨਾ, ਬਹੁਤ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਮੈਂ ਕਹਿੰਦਾ ਹਰ ਇੱਕ ਧਰਮ ਦਾ ਬੰਦਾ ਆਪਣੇ ਧਰਮ ਆਗੂ ਤੋਂ ਪੁੱਛੇ, ਕਿਉਂਕਿ ਅੱਜ ਕੱਲ੍ਹ ਸਟੱਡੀ ਕਰੋ, ਗੂਗਲ ਤੁਹਾਡੇ ਹੱਥ 'ਚ ਵਾ। ਮੈਂ ਕਹਿੰਦਾ ਪੂਰੀ ਦੁਨੀਆ ਹੱਥ 'ਚ ਆ, ਤੁਸੀਂ ਸਟੱਡੀ ਕਰਕੇ ਹੋ ਸਕਦਾ ਤੁਸੀਂ ਗਲਤ ਹੋ ਸਕਦਾ ਤੁਹਾਨੂੰ ਸਹੀ ਕਰ ਦੇਵੇ। ਇਹ ਚਰਚਾ ਹੋ ਸਕਦੀ ਹੈ। ਬਹੁਤ ਖੂਬਸੂਰਤ ਗੱਲ ਹੈ। ਤੁਸੀਂ ਆਖਰ ਦੇ ਵਿੱਚ ਕੁਝ ਐਡ ਕਰਨਾ ਚਾਹੁੰਦੇ ਹੋ ਆਪਣੇ ਵੱਲੋਂ? ਕੋਈ ਮੈਂ ਤਾਂ ਭਾਜੀ ਆਪਣੇ ਭਾਈਚਾਰੇ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ ਕਿ ਜਿੱਥੇ ਹਿੱਸਾ ਪਹਿਲਾਂ ਨਹੀਂ ਲਿਆ ਉੱਥੇ ਹਿੱਸਾ ਲਓ। ਪੰਜਾਬੀਆਂ ਨੂੰ ਉਹਨਾਂ ਦੇ ਬਣਦੇ ਹੱਕ ਦਿਓ। ਆਪਣੇ ਪੰਜਾਬ ਨੂੰ, ਆਪਣੀ ਪੰਜਾਬੀ ਨੂੰ, ਆਪਣੀ ਬੋਲੀ ਨੂੰ, ਆਪਣੀ ਤਹਿਜ਼ੀਬ ਨੂੰ, ਆਪਣੇ ਮਿਲ ਵਰਤਣ ਨੂੰ, ਆਪਣੇ ਭਾਈਚਾਰੇ ਨੂੰ ਪਿੱਛੇ ਨਾ ਛੱਡੋ। ਜਿੰਨੀ ਕੁ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਸ਼ੁਰੂ ਆਪਣੇ ਤੋਂ ਕਰੋ, ਦੂਸਰੇ ਤੋਂ ਆਸ ਬਾਅਦ ਚੋਂ ਕਰੋ। ਕਿਉਂਕਿ ਜਦੋਂ ਆਪਾਂ ਤੁਰ ਪੈਣਾ, ਅੱਜ ਇੱਕ ਕੱਲ ਦੋ ਪਰਸੋਂ ਤਿੰਨ, ਉਹ ਇੱਕ ਭਾਜੀ ਮੁਹਿੰਮ ਬਣ ਜਾਣੀ ਹੈ। ਬਿਲਕੁਲ ਠੀਕ। ਜਦੋਂ ਵੱਡੀ ਬਣ ਕੇ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਅੱਗੇ ਤੱਕ ਜਾਣੀਆਂ। ਪਰ ਵੱਡੀ ਗੱਲ ਮੈਂ ਇਹ ਵੀ ਐਡ ਕਰ ਦੇਣੀ ਚਾਹੁੰਦਾ ਵੀ ਇੱਥੇ ਕੋਈ ਫੋਕੀ ਵਾਵਾ ਲੈਣ ਲਈ ਨਹੀਂ, ਸਿਰਫ ਇਹ ਜੈਨੂਇਨ ਸਵਾਲ ਆ, ਹਰ ਪਰਿਵਾਰ ਦਾ ਇਹ ਮਸਲਾ ਆ ਔਰ ਉਹਨਾਂ ਨੂੰ ਇਹਦੇ ਲਈ ਤੁਰਨਾ ਚਾਹੀਦਾ। ਇਹਦੇ ਕਰਕੇ ਇੱਕ ਮੀਰ ਆਲਮ ਭਾਈਚਾਰੇ ਬਾਰੇ ਤੁਸੀਂ ਦੱਸ ਰਹੇ ਸੀ, ਉਹ ਗੱਲ ਅਧੂਰੀ ਰਹਿ ਗਈ, ਥੋੜਾ ਉਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਦੱਸੋ। ਮੈਂ ਚਾਹੁੰਦਾ ਦਰਸ਼ਕਾਂ ਤੱਕ ਪਤਾ ਲੱਗੇ ਇਹ ਗੱਲ, ਜਿੰਨੇ ਇੱਕ ਇਹ ਵੀ ਚਾਹੁੰਦਾ ਕਿ ਇਹ ਵੀ ਐਕਸਪਲੇਨ ਕਰੋ, ਜਿਵੇਂ ਮਾਸਟਰ ਸਲੀਮ ਨੇ, ਖਾਨ ਸਾਹਿਬ ਨੇ, ਇਹ ਵੀ ਸਾਰੇ ਉਸ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਖਾਨ ਸਾਹਿਬ, ਬੂਟਾ ਮੁਹੰਮਦ ਜੀ, ਸਰਦੂਲ ਭਾਜੀ, ਫਰੋਜ਼ ਭਾਜੀ, ਬਾਦਸ਼ਾਹ ਫਿਰੋਜ਼ ਭਾਜੀ, ਇਹ ਸਾਰੇ ਉਸ ਭਾਈਚਾਰੇ ਨਾਲ ਸੰਬੰਧ ਰੱਖਦੇ। ਮੀਰ ਆਲਮ ਭਾਈਚਾਰੇ ਨਾਲ ਸੰਬੰਧਿਤ ਉਹ ਸਾਰੇ ਮੀਰ ਆਲਮ ਇੱਕ ਹੀ ਆ। ਇੱਕ ਨਾ ਵਰਡ ਵਰਤਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਮਿਰਾਸੀ। ਹਾਂਜੀ। ਖਾਸ ਤੌਰ ਤੇ ਲੋਕਾਂ ਨੇ ਇੱਕ ਕਾਸਟ ਬਣਾ ਲਿਆ ਉਹਨੂੰ ਵੀ ਮਿਰਾਸੀ, ਜਿੱਦਾਂ ਬਾਬਾ ਮਰਦਾਨਾ ਜੀ ਨੂੰ ਨਾ ਯਾਦ ਦੇ ਮਿਰਾਸੀ ਚ। ਮਿਰਾਸੀ ਇੱਕ ਕਾਸਟ ਨਹੀਂ, ਮਿਰਾਸ ਵਰਡ ਜਿਹੜਾ ਨਾ ਭਾਜੀ, ਉਹਦਾ ਮਤਲਬ ਹੈ ਜਿਹੜਾ ਬੰਦਾ ਆਪਣੇ ਕਿੱਤੇ ਨੂੰ ਅੱਗੇ ਜਾਰੀ ਰੱਖਦਾ।
ਉਹ ਆਪਣੇ ਕਿੱਤੇ ਦਾ ਮਿਰਾਸੀ ਹੈ, ਉਹ ਆਪਣੀ ਪਿਰਤ ਨੂੰ ਅੱਗੇ ਲੈ ਕੇ ਪੀੜ੍ਹੀ ਦਰ ਪੀੜ੍ਹੀ ਜਿਵੇਂ ਕਹਿ ਸਕਦੇ ਜਦੋਂ ਕਨਵਰਟ ਹੋ ਜਾਵੇ ਹਾਂ। ਇੱਕੋ ਹੀ ਚੀਜ਼, ਉਹ ਜਿਹੜੀ ਹੁਣ ਸਾਡੇ ਬੰਦੇ ਜ਼ਿਆਦਾਤਰ ਸੰਗੀਤ ਦਾ ਕੰਮ ਕਰਦੇ ਸੀ, ਜਦੋਂ ਸੰਗੀਤ ਦਾ ਕੰਮ ਕਰਦੇ ਕਰਦੇ ਦੂਸਰੀ ਪੀੜ੍ਹੀ ਤੱਕ ਪਹੁੰਚ ਗਿਆ ਨਾ, ਉਹ ਫਿਰ ਮਿਰਾਸ ਬਣ ਗਈ। ਮੈਨੂੰ ਇੱਕ ਗੱਲ ਯਾਦ ਆ ਰਹੀ ਇੱਥੇ ਬੜੀ ਵਧੀਆ, ਮੈਂ ਸੁਣ ਰਿਹਾ ਸੀ ਸ਼ਫਕਤ ਅਲੀ ਪਾਕਿਸਤਾਨ ਤੋਂ, ਸ਼ਫਕਤ ਹੁਸੈਨ ਸਾਹਿਬ ਨੂੰ, ਉਹਨਾਂ ਨੇ ਇੱਕ ਗੱਲ ਕੀ ਕਹਿੰਦੇ, ਸ਼ਾਹ ਹੁਸੈਨ ਜੀ ਜਦੋਂ ਕਾਫੀਆਂ ਲਿਖਦੇ ਹੁੰਦੇ ਸੀ ਨਾ, ਤਾਂ ਉਹ ਰਾਗ ਦੇ ਵਿੱਚ ਲਿਖਦੇ ਹੁੰਦੇ ਸੀ। ਇੱਕ ਵਾਰੀ ਸ਼ਾਹ ਹੁਸੈਨ ਜੀ ਕਾਫੀ ਲਿਖ ਰਹੇ ਆ ਤੇ ਉਹ ਨਾਲ ਨਾਲ ਗੁਣਗੁਣਾ ਰਹੇ, ਉਹ ਵੀ ਕੋਈ ਬੰਦਾ ਲੰਘਿਆ, ਕਹਿੰਦਾ ਸ਼ਾਹ ਜੀ ਮਿਰਾਸੀ ਹੋ ਗਏ ਹੋ? ਉਹ ਕਹਿੰਦੇ ਰੁਕ ਜਾ, ਠਹਿਰ ਜਾ, ਕਹਿੰਦੇ ਮੈਨੂੰ ਨਾ ਅੱਜ ਤੂੰ ਦੁਆ ਦੇ ਕੇ ਜਾ ਕਿ ਮੈਂ ਮਿਰਾਸੀ ਹੋ ਜਾਵਾਂ, ਜਿਹੜਾ ਕੰਮ ਆ ਨਾ ਇਹ ਸਾਡਾ ਪੀੜ੍ਹੀ ਦਰ ਪੀੜ੍ਹੀ ਹੋ ਜਾਵੇ। ਵਾਹ ਕੀ ਬਾਤ। ਤੇ ਮੈਂ ਇਸ ਚੀਜ਼ ਨੂੰ ਅੱਜ ਕਲੀਅਰ ਕਰਨਾ ਚਾਹੁੰਦਾ ਕਿ ਮੀਰ ਆਲਮ ਇੱਕ ਕੈਟਾਗਰੀ ਆ, ਕੰਮ ਨੂੰ ਅੱਗੇ ਵਧਾਉਣ ਲਈ ਅਸੀਂ ਉਹ ਕੰਮ ਦੇ ਮਿਰਾਸੀ ਹੋ ਸਕਦੇ ਪਰ ਜ਼ਾਤ ਦੇ ਨਹੀਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹੀ ਮੇਰਾ ਸੀਗਾ ਮਸਲਾ, ਇਹ ਵੀ ਸੋਚ ਲਿਆਉਣ ਦੀ ਲੋੜ ਆ। ਇਹਦੇ ਬਾਰੇ ਪੜ੍ਹੋ, ਮਿਰਾਸ ਵਰਡ ਦਾ ਮਤਲਬ ਤੁਸੀਂ ਗੂਗਲ ਤੇ ਰੱਖ ਕੇ ਸਰਚ ਮਾਰੋ, ਤੁਹਾਨੂੰ ਪਤਾ ਲੱਗ ਜਾਊਗਾ ਕਿ ਹਰ ਬੰਦਾ ਆਪਣੇ ਕਿੱਤੇ ਦਾ ਮਿਰਾਸੀ। ਤਾਂ ਸਮਾਜ ਉਸ ਪੱਧਰ ਦੀ ਰਿਸਪੈਕਟ ਦੇ ਨਾਲ ਦੇਖੇ, ਇਹ ਵੀ ਬਹੁਤ ਇੰਪੋਰਟੈਂਟ। ਬਿਲਕੁਲ ਜੀ, ਬਿਲਕੁਲ ਆਪਣੇ ਔਰ ਪਹਿਲਾਂ ਸੈਲਫ ਬਿਲੀਵ ਵੀ ਬਹੁਤ ਵੱਡੀ ਚੀਜ਼ ਹੈ ਕਿ ਉਹ ਭਾਈਚਾਰਾ ਆਪਣੇ ਆਪ ਨੂੰ ਵੀ ਉਸ ਪੱਧਰ ਤੇ ਲੈ ਕੇ ਆਵੇ, ਉਹ ਸੈਲਫ ਬਿਲੀਫ ਲੈ ਕੇ ਆਵੇ ਕਿ ਮੈਂ ਕਿਸੇ ਨਾਲੋਂ ਘੱਟ ਉਹਦੇ ਨਹੀਂ। ਚ ਮੱਕੜ ਸਾਹਿਬ ਕੱਪੜਾ ਤੇ ਮਕਾਨ, ਇਹ ਖਾਸ ਜਿਹੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ, ਗਰੀਬੀ ਸੀ ਨਾ, ਮਹਾਨ ਸ਼ਖਸੀਅਤਾਂ ਅੱਜ ਸਾਡੇ ਬੰਦੇ ਦੁਆਬੇ 'ਚ ਮਾਹੌਲ ਚੱਲ ਰਿਹਾ, ਖੇਡ ਵਿੱਚ ਉਹਨਾਂ ਮਾਹੌਲ ਵਿੱਚ ਹੈ। ਜੇ ਤੁਸੀਂ ਲੁਧਿਆਣੇ ਹੋ ਗਈ ਸਾਡੀ ਹੋ ਗਈ। ਸਾਈਂ ਮੀਆਂ ਮੀਰ ਸਾਹਿਬ ਐਡੀ ਵੱਡੀ ਸ਼ਖਸੀਅਤ ਸੀ, ਤੁਸੀਂ ਦੇਖੋ ਬਾਬਾ ਮਰਦਾਨਾ ਜੀ ਨੇ, ਔਰ ਸਿੱਖ ਇਤਿਹਾਸ ਨਾਲ ਜੁੜੇ ਹੋਏ ਇਸਲਾਮਿਕ ਪੰਜਾਬ ਦੇ ਪੀਰ ਬੁੱਧੂ ਸ਼ਾਹ, ਤੁਸੀਂ ਦੇਖੋ ਪੰਜਾਬ ਨੇ ਇਹ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ। ਭਾਜੀ ਬਿਲਕੁਲ। ਮੈਂ ਇਹ ਬਹੁਤ ਵੱਡੀ ਤਰਾਸਦੀ ਕਹਿੰਦਾ ਇਸ ਗੱਲ ਨੂੰ। ਹੁਣ ਜੇ ਗੁਰਮਤਿ ਸੰਗੀਤ ਦੇ ਪਹਿਲੇ ਕੀਰਤਨੀਏ ਬਾਬਾ ਮਰਦਾਨਾ, ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕੀਤਾ, ਔਰ ਪਹਿਲੇ ਕੀਰਤਨੀਏ ਬਾਬਾ ਮਰਦਾਨਾ ਜੀ, ਰਬਾਬੀ। ਜਦੋਂ ਪਾਰਟੀਸ਼ਨ ਤੋਂ ਪਹਿਲਾਂ ਰਾਗੀ ਨਹੀਂ ਹੁੰਦੇ ਸੀ, ਰਬਾਬੀ ਹੁੰਦੇ ਸੀ। ਉਹ ਹੁੰਦੇ ਸੀਗੇ ਮੀਰ ਆਲਮ ਘਰਾਣੇ ਚੋਂ। ਫਿਰ ਜਦੋਂ ਉਹ ਉੱਧਰ ਚਲੇ ਗਏ, ਇੱਧਰਲੀ ਜਗ੍ਹਾ ਲੈ ਲਈ ਰਾਗੀਆਂ ਨੇ। ਪਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਸ਼੍ਰੋਮਣੀ ਕਮੇਟੀ ਨੂੰ ਵੀ, ਦੋਵੇਂ ਹੱਥ ਜੋੜ ਕੇ, ਕਿ ਉਹਨਾਂ ਬੰਦਿਆਂ ਨੂੰ ਸਾਂਭ ਲਓ ਜਿਨ੍ਹਾਂ ਦੇ ਵਿੱਚ ਅੱਜ ਵੀ ਉਸ ਚੀਜ਼ ਨੂੰ ਕਰਨ ਦਾ ਮਾਦਾ ਹੈਗਾ ਆ, ਔਰ ਉਹਨਾਂ ਨੂੰ ਜੋੜ ਕੇ ਰੱਖੋ। ਇਹਦੇ ਨਾਲ ਮਿਲਵਰਤਨ ਹੋਰ ਜ਼ਿਆਦਾ ਵਧਣਾ। ਬਿਲਕੁਲ। ਔਰ ਉਹ ਚੀਜ਼ਾਂ ਦੂਰ ਹੁੰਦੀਆਂ। ਹਜ਼ਰਤ ਸਾਈਂ ਮੀਆਂ ਮੀਰ ਜੀ ਦੀ ਗੱਲ ਹੀ ਨਹੀਂ ਕਰਦਾ ਕੋਈ, ਬਿਲਕੁਲ ਨਾ ਕੋਈ ਧਾਰਮਿਕ ਸਥਾਨ ਉਹਨਾਂ ਦਾ, ਜਿੱਥੇ ਗੁਰੂ ਜੀ ਨਾਲ ਕਿਸੇ ਦੀ ਮਾੜੀ ਜਿਹੀ ਸ਼ੋਅ ਵੀ ਲੱਗੀ, ਉਹਨਾਂ ਦਾ ਗੁਰਦੁਆਰਾ ਬਣ ਗਿਆ। ਬਾਬੇ ਮਰਦਾਨੇ ਦਾ ਹੈ ਹੀ ਨਹੀਂ ਕਿਤੇ, ਸਾਈਂ ਮੀਆਂ ਮੀਰ ਜੀ ਦਾ ਕਿਤੇ ਨਹੀਂ, ਪੀਰ ਬੁੱਧੂ ਸ਼ਾਹ ਦਾ ਕਿਤੇ ਨਹੀਂ। ਜਦੋਂ ਇਹ ਚੀਜ਼ਾਂ ਪੰਜਾਬ ਦੇ ਵਿੱਚ ਬਣ ਜਾਣੀਆਂ ਭਾਜੀ, ਉਹ ਜਿਹੜਾ ਹਿੰਦੂ ਮੁਸਲਿਮ ਸਿੱਖ ਵਾਲਾ ਪਾੜਾ ਨਾ ਆਪਣੇ ਆਪ ਖਤਮ ਹੋ ਜਾਏ। ਉਹਨਾਂ ਨੇ ਫੈਸਲਾ ਲੈ ਲਿਆ ਹੈ ਕਿ ਇਹ ਦੋਵੇਂ ਅਲੱਗ ਹੋ ਜਾਣਗੇ ਅਤੇ ਇੱਕ ਦੂਜੇ ਨੇ ਪੋਲੀਟੀਕਲੀ ਵੈਲ ਬੀ ਔਰ ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ। ਰਿਪੀਟ, ਜਿਸ ਤੋਂ ਬਾਅਦ ਇਹ ਬੜੀ ਕਮਾਲ ਦੀ ਗੱਲ ਗੁਲਾਮ ਅਲੀ ਸਾਹਿਬ ਦੱਸ ਰਹੇ ਸੀਗੇ ਕਿ ਜਿਹੜਾ ਗੁਰਮਤ ਸੰਗੀਤ ਹੈ, ਤੁਸੀਂ ਉਹਦੇ ਵਿੱਚ ਵੀ, ਮੇਰਾ ਬਹੁਤ ਪਿਆਰ ਹੈ ਸਾਡੀ ਗੁਰਬਾਣੀ ਨਾਲ, ਮੇਰੇ ਨਾਲ ਬਹੁਤ ਵਾਕਿਆਤ ਵੀ ਬਹੁਤ ਹੋਏ ਨੇ, ਕਿਉਂਕਿ ਕੀਰਤਨ ਕੁਝ ਰਾਗ ਐਸੇ ਆ। ਮੈਂ ਸੰਗੀਤ ਦਾ ਵਿਦਿਆਰਥੀ ਹੋਣ ਕਰਕੇ, ਜਾਂ ਮੈਂ ਸੰਗੀਤ ਪੜ੍ਹਾ ਰਿਹਾ ਪਿਛਲੇ ਦਿਨਾਂ ਤੋਂ, ਮੈਂ ਪਿਛਲੇ 10-12 ਸਾਲ ਤੋਂ ਮੈਂ ਐਜ਼ ਏ ਮਿਊਜ਼ਿਕ ਟੀਚਰ ਜੌਬ ਕਰ ਰਿਹਾ ਹਾਂ। ਅਸੀਂ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਰਾਗ ਐਸੇ ਨੇ ਜਿਹੜੇ ਗੁਰਮਤ ਸੰਗੀਤ ਵਿੱਚ ਨੇ, ਔਰ ਬਹੁਤ ਸਾਰੇ ਸਾਜ਼ ਐਸੇ ਨੇ ਜਿਹੜੇ ਗੁਰਮਤ ਸੰਗੀਤ 'ਚ ਨੇ, ਔਰ ਉਹਨਾਂ ਬਾਰੇ ਜਦੋਂ ਪੜ੍ਹਦੇ ਆ, ਜਦੋਂ ਉਹਨਾਂ ਨੂੰ ਕਰਦੇ ਆ, ਉਹ ਸ਼ਾਸਤਰੀ ਸੰਗੀਤ ਨਾਲੋਂ ਅਲੱਗ ਨੇ। ਸ਼ਾਸਤਰੀ ਸੰਗੀਤ ਵਿੱਚ ਵੀ ਉਹਦਾ ਰੂਪ ਹੈ, ਗੁਰਮਤ ਸੰਗੀਤ ਵਿੱਚ ਵੀ ਉਹਦਾ ਰੂਪ ਹੈ। ਉਹ ਸਿੱਖਣ ਦਾ ਜਿਹਦੇ ਵਿੱਚ ਮਾਦਾ ਨਾ, ਉਹਨੂੰ ਪਤਾ ਲੱਗਦਾ ਹੈ ਕਿੰਨਾ ਵਿਸ਼ਾਲ ਸਮੁੰਦਰ ਹੈ। ਬਿਲਕੁਲ। ਤੁਸੀਂ ਇੱਕ ਰਾਗ ਕਰਨਾ ਨਾ ਗੁਰਬਾਣੀ ਦੀ, ਤਾਂ ਤੁਸੀਂ ਇੱਕ ਤੁਕ ਤੇ ਚਾਹੇ PhD ਕਰ ਲਓ। ਤਾਂ ਇਸ ਚੀਜ਼ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ। ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਜਿਹੜਾ ਪੰਜਾਬ ਦਾ ਮੁਸਲਮਾਨ ਅੱਜ ਪੰਜਾਬੀਅਤ ਦੀ ਗੱਲ ਕਰ ਰਿਹਾ, ਭਾਵੇਂ ਉਹ ਵਕਫ ਬੋਰਡ ਵਰਗੇ ਅਦਾਰੇ ਹੋਣ, ਉਹ ਜਦੋਂ ਤੁਸੀਂ ਕਿਸੇ ਹੋਰ ਨੂੰ ਇੰਟਰੂਡ ਕਰਕੇ ਲੈ ਆਉਂਦੇ ਹੋ ਪੰਜਾਬ ਦੇ ਵਿੱਚ, ਤਾਂ ਉਹ ਇਹ ਚੀਜ਼ਾਂ ਸਮਝ ਹੀ ਨਹੀਂ ਪਾਊਗਾ। ਜੇ ਤੁਸੀਂ ਵਕਫ ਬੋਰਡ ਵਰਗੇ ਇੰਪੋਰਟੈਂਟ ਸਥਾਨਾਂ ਦੇ ਉੱਤੇ ਕਿਸੇ ਹੋਰ ਵਿਅਕਤੀ ਨੂੰ ਲਿਆ, ਉਹ ਵੀ ਸਤਿਕਾਰਤ ਨੇ, ਠੀਕ ਹੈ, ਉਹ ਧਰਮ ਦੀ ਗੱਲ ਕਰਦੇ ਹੋਣਗੇ, ਹਾਂ, ਪਰ ਜੇ ਉਹ ਜਦੋਂ ਤੱਕ ਉਹਨਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ, ਉਹਨਾਂ ਨੂੰ ਜਿਹਨੂੰ ਇਹ ਨਹੀਂ ਪਤਾ ਹੋਊਗਾ ਵੀ ਬਾਬੇ ਮਰਦਾਨੇ ਦਾ ਤੇ ਬਾਬੇ ਗੁਰੂ ਨਾਨਕ ਦਾ ਸੰਬੰਧ ਕੀ ਹੈ, ਉਹਦਾ ਰਿਸ਼ਤਾ ਕੀ ਹੈ, ਉਹ ਪੰਜਾਬ ਦੇ ਵਿੱਚ ਉਹ ਇਸਲਾਮ ਦੀ ਗੱਲ ਕਿਵੇਂ ਕਰ ਸਕਦਾ ਹੈ, ਇਹਨੂੰ ਪੀਰ ਬੁੱਧੂ ਸ਼ਾਹ ਦਾ ਨਹੀਂ ਪਤਾ। ਮੈਂ ਤਾਂ ਕਹਿੰਦਾ ਇੱਕ ਵਾਰੀ ਇੰਟਰਵਿਊ ਇਹਨਾਂ ਦੀ ਵੀ ਕਰਕੇ ਉਹਨਾਂ ਨੂੰ ਬਿਠਾਈਏ ਸਾਰਿਆਂ ਨੂੰ, ਔਰ ਇਹਨਾਂ ਬਾਰੇ ਪੁੱਛੀਏ ਕਿ ਤੁਸੀਂ ਦੱਸੋ ਭਾਈ ਪੀਰ ਬੁੱਧੂ ਸ਼ਾਹ ਬਾਰੇ ਕੀ ਜਾਣਦੇ ਹੋ। ਉਹ तमाम ਜਿਹੜੇ ਬਾਹਰੋਂ ਲਿਆ ਕੇ ਬਿਠਾਏ ਲੋਕ ਨੇ। ਇੱਕ ਗਰੀਬੀ ਜਿਹੜੀ ਨਾ ਪਰਿਵਾਰਾਂ ਦੇ ਵਿੱਚੋਂ ਐਜੂਕੇਸ਼ਨ, ਲੇਕਿਨ ਆਪਣੇ
ਬਹੁਤ ਜ਼ਰੂਰੀ ਹੈ ਪਹਿਲਾਂ ਤਾਂ। ਔਰ ਇੱਥੇ ਐਗਜ਼ਾਮਪਲ ਦੇਣੀ ਚਾਹੁੰਦਾ ਭਾਜੀ। ਐਗਜ਼ਾਮਪਲ ਦਿਓ ਜੀ, ਕੀ ਮੁਸਲਮਾਨ ਦੀ ਕਨਵਰਜਨ ਵੀ ਹੋਈ ਹੈ ਕਿਸੇ ਹੋਰ ਧਰਮ ਦੇ ਵਿੱਚ? ਸਾਡੇ ਲਿਖੇ ਨਹੀਂ ਹੈ। ਨਹੀਂ। ਔਰ ਜਿਹੜੇ ਲੋਕਾਂ ਨੇ ਖਾਸ ਤੌਰ ਤੇ ਪੰਜਾਬੀਅਤ ਲਈ ਕੰਮ ਕੀਤਾ ਉਹਨਾਂ ਦਾ ਨਾਮ ਵੀ ਅੱਗੇ ਆਵੇ, ਬਹੁਤ ਇੰਪੋਰਟੈਂਟ ਹੈ। ਮੈਨੂੰ ਪਤਾ ਹੈ ਕਿ ਅੱਜ ਆਪਾਂ ਹੋਰ ਵਿਸ਼ੇ ਤੇ ਬੈਠੇ ਸੀ, ਪਰ ਕਿਉਂਕਿ ਜਦੋਂ ਦੋ ਸੰਗੀਤ ਦੇ ਮਹਾਰਥੀ ਬੈਠੇ ਹੁਣ ਤਾਂ ਉਹ ਫਿਰ ਘਾਟ ਹੈ। ਪਰ ਅੱਜ ਅਸੀਂ ਗੱਲ ਗੁਰਮਤ ਦੀ ਕੀਤੀ ਸੀ। ਮੈਂ ਚਾਹੁੰਦਾ ਕਿ ਕੁਝ ਗੁਰਬਾਣੀ ਦੇ ਨਾਲ ਸੰਬੰਧਿਤ ਜੇ ਤੁਸੀਂ ਇਸ ਸਾਂਝ ਨੂੰ ਆਪਾਂ ਕੰਟੀਨਿਊ ਰੱਖੀਏ ਔਰ ਉੱਥੋਂ ਕੁਝ ਤੁਸੀਂ ਹਾਂ ਮੈਂ ਜ਼ਰੂਰ ਜੇ ਅਲੱਗ-ਅਲੱਗ ਸੁਣਾਉਣਾ ਚਾਹੁੰਦੇ ਹੋ ਤਾਂ ਅਲੱਗ-ਅਲੱਗ ਜੇ ਭਾਜੀ ਮੈਂ ਚਾਹੁੰਦਾ ਜੀ, ਮੈਂ ਕਿਉਂਕਿ ਮਾਲ ਲਲਮਾ ਸਿਰ ਤੇ ਜੀ, ਕਿਉਂਕਿ ਇਸ ਤੋਂ ਵਧੀਆ ਇਸ ਨੋਟ ਤੇ ਜੇ ਅਸੀਂ ਅੱਜ ਇਸ ਨੂੰ ਐਂਡ ਕਰਦੇ ਹਾਂ ਤਾਂ ਇਸ ਸਾਂਝ ਦਾ ਜਿਹੜਾ ਹੈ ਉਹ ਪਤਾ ਲੱਗੇ ਔਰ ਇਹ ਅੱਗੇ ਵਧੇ ਹਮੇਸ਼ਾ। माधो हम ऐसे तू ऐसा, माधो हम ऐसे तू ऐसा, हम पापी तुम पाप खंडन, हम पापी तुम पाप खंडन, नीको ठाकुर देसा, माधो हम ऐसे तू ऐसा। क्या बात है, बहुत ਧੰਨਵਾਦ। ਔਰ ਮੈਨੂੰ ਲੱਗਦਾ ਹੈ ਕਿ ਜਿਸ ਵਿਸ਼ੇ ਦੇ ਉੱਤੇ ਆਪਾਂ ਬੈਠੇ ਹਾਂ ਅੱਜ, ਜਲਦ ਇਹ तमाम ਇਸ਼ੂਜ਼ ਜਿਹੜੇ ਇਹ ਸੁਲਝਣ ਔਰ ਜਿਸ ਤਰ੍ਹਾਂ ਹੱਸਦੇ ਵਸਦੇ ਅਸੀਂ ਸਾਰੇ ਇਕੱਠੇ ਗਰੋ ਕਰ ਰਹੇ ਹਾਂ, ਸਾਂਝੇ ਤੌਰ ਦੇ ਉੱਤੇ ਪੰਜਾਬ ਨੂੰ ਹੋਰ ਖੂਬਸੂਰਤ ਬਣਾਈਏ। ਬਿਲਕੁਲ ਜੀ, ਬਹੁਤ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਸ਼ੁਕਰੀਆ।